ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਹੈ। ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਵਿਚਾਰ ਚਰਚਾ ਤੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਨੇ ਸਰਦਾਰ ਅਵਤਾਰ ਸਿੰਘ ਜੀ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸ਼ਰਮਾ ਜੀ ਸਾਹਿਬ, ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ, ਤੁਸੀਂ ਸੁਣਾਓ? ਤੁਸੀਂ ਠੰਡ ਹਲੇ ਮੰਨਦੇ ਨਹੀਂ? ਨਹੀਂ, ਹਾਂ ਮੰਨਣ ਲੱਗ ਪੈਣਾ ਜੀ, ਆਪੇ ਮਨਾ ਲੈਣੀ। ਕੁਦਰਤ ਬੜੀ ਹੁੰਦੀ ਹੈ ਜੀ ਤਾਕਤਵਰ, ਬੜੇ ਵੱਡਿਆਂ ਨੂੰ ਮਨਾ ਲੈਂਦੀ ਜੀ। ਅੱਜ ਤਾਂ ਫਿਰ ਮਾਹੌਲ ਸਾਰੀ ਦੁਨੀਆ 'ਚ ਚੋਣਾਂ ਵਾਲਾ ਬਣਿਆ ਜੀ। ਹਾਂ, ਜਿੱਧਰ ਦੇਖੋ ਚੋਣਾਂ ਹੀ ਚੋਣਾਂ ਜੀ। ਬਿਹਾਰ 'ਚ ਵੀ ਵੋਟਾਂ ਤੇ ਅਮਰੀਕਾ 'ਚ ਵੀ ਵੋਟਾਂ, ਇੰਡੀਆ ਤੋਂ ਲੈ ਕੇ ਅਮਰੀਕਾ ਤੱਕ ਸਮਝ ਲਓ ਵੀ ਵੋਟਾਂ ਦਾ ਹਿਸਾਬ ਆ। ਠੀਕ ਹੈ ਜੀ। ਦੇ ਵਿੱਚ ਵਿਚਾਲੇ ਕਿਤੇ ਹਮਲਾ ਵੀ ਹੋ ਜਾਂਦਾ, ਉਹ ਵੱਖਰੀ ਗੱਲ ਆ ਜੀ। ਤੇ ਉਹਦਾ ਵੀ ਅੱਜ ਤਾਜ਼ਾ ਜ਼ਿਕਰ ਇੱਕ ਆਇਆ ਪਿਆ। ਆਸਟ੍ਰੇਲੀਆ ਦੇ ਵਿੱਚ ਇੱਕ ਬਹੁਤ ਵੱਡਾ ਹਮਲਾ ਹੋਇਆ ਆ, ਜਿੱਥੇ ਕੁਛ ਥਾਵਾਂ ਤੇ ਬੰਦੂਕਧਾਰੀਆਂ ਨੇ ਹਥਿਆਰਾਂ ਨਾਲ ਲੈਸ ਹੋ ਕੇ 7-8 ਬੰਦਿਆਂ ਨੂੰ ਮਾਰ ਦਿੱਤਾ, ਜੋ ਹੁਣ ਤੱਕ ਦੀ ਰਿਪੋਰਟ ਆ। ਅੱਗੇ ਵੀ ਉਹਦੀ ਜਿਹੜੀ ਅਪਡੇਟ ਆਉਂਦੀ ਰਹੂਗੀ। ਇਹ ਤਾਂ ਬਿਲਕੁਲ ਤਾਜ਼ਾ ਖਬਰ ਆ। ਇਹ ਤਾਜ਼ਾ ਖਬਰਾਂ ਦੇ ਵਿੱਚ ਆ, ਪਰ ਉਹਦੇ ਵਿੱਚ ਨਾਲ ਇਹ ਵੀ ਦੱਸਿਆ ਗਿਆ ਵੀ ਉੱਥੇ ਕੋਵਿਡ ਜਿਹੜੇ ਕਰੋਨਾ ਦੇ ਕੇਸ ਵੱਧ ਰਹੇ ਸੀ ਤਾਂ ਉਹਨਾਂ ਨੇ ਲਾਕਡਾਊਨ ਜਿਹੜਾ ਦੁਬਾਰਾ ਲਾਗੂ ਕਰਨਾ ਸੀ ਜੀ। ਔਰ ਉਸ ਦੁਬਾਰਾ ਲਾਗੂ ਹੋਣ ਵਾਲੇ ਲਾਕਡਾਊਨ ਦੇ ਦੌਰਾਨ ਹੀ ਲੋਕਾਂ ਨੇ ਦੇਖਿਆ ਸੀ ਵੀ ਹੁਣ ਦੁਬਾਰਾ ਲਾਕਡਾਊਨ ਲੱਗ ਜਾਣਾ ਤੇ ਆਪਾਂ ਕਿਉਂ ਨਾ ਥੋੜ੍ਹਾ ਜਿਹਾ ਘੁੰਮ ਫਿਰ ਲਈਏ, ਜਿਹੜੀ ਆਜ਼ਾਦੀ ਮਾੜੀ ਮੋਟੀ ਹੁਣ ਹੈਗੀ ਲਾਕਡਾਊਨ ਤੋਂ ਪਹਿਲਾਂ ਉਹ ਮਾਣ ਲਈਏ। ਤੇ ਉੱਥੇ ਬਾਹਰ ਜਿਹੜੇ ਰੈਸਟੋਰੈਂਟ ਆ ਉਹ ਭਰੇ ਪਏ ਸੀ, ਸ਼ਾਮ ਦਾ ਸਮਾਂ ਸੀਗਾ ਤੇ ਉਦੋਂ ਕੋਈ ਉੱਥੇ ਉਹ ਹਮਲਾ ਹੋ ਗਿਆ। ਤੇ ਫਿਲਹਾਲ ਗਿਣਤੀ ਜਿਹੜੀ ਉਹ ਹਜੇ 7-8 ਕੁ ਦੱਸੀ ਜਾ ਰਹੀ ਆ ਮਰਨ ਵਾਲਿਆਂ ਦੀ। ਇੱਕ ਜਿਹੜਾ ਸ਼ੱਕੀ ਹਮਲਾਵਰ ਮਾਰ ਵੀ ਦਿੱਤਾ ਪੁਲਿਸ ਨੇ, ਪਰ ਇਹਨੂੰ ਜਿਹੜਾ ਉਹਨਾਂ ਦੇ ਗ੍ਰਹਿ ਮੰਤਰੀ ਔਰ ਉਹਨਾਂ ਦੇ ਜਿਹੜੇ ਅਧਿਕਾਰੀਆਂ ਦੇ ਕਹਿਣ ਮੁਤਾਬਕ ਅੱਤਵਾਦੀ ਹਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਇਹ ਬਹੁਤ ਹੀ ਘਿਨਾਉਣੀ ਕਾਰਵਾਈ ਆ, ਜਿਹਦੀ ਕਿ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਆ ਵੀ ਅੱਤਵਾਦ ਦੇ ਖਿਲਾਫ ਜਿੰਨੀ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹ ਹੋਣੀ ਚਾਹੀਦੀ। ਤੇ ਇਹ ਤਕਰੀਬਨ ਸਾਰੇ ਹੀ ਮੁਲਕਾਂ ਨੇ ਇਹਦੀ ਨਿੰਦਾ ਕਰਨੀ ਬਣਦੀ ਆ ਵੀ ਇਹ ਕਿਸੇ ਤਰ੍ਹਾਂ ਵੀ ਇਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਬੇਸ਼ੱਕ ਚਾਹੇ ਉਹ ਫਰਾਂਸ ਵਿੱਚ ਹੋਵੇ, ਚਾਹੇ ਉਹ ਆਸਟ੍ਰੇਲੀਆ ਹੋਵੇ, ਚਾਹੇ ਕਿਸੇ ਦੇਸ਼ 'ਚ ਵੀ ਹੋਵੇ। ਜੀ। ਹਿੰਸਾ ਤਾਂ ਕਿਸੇ ਵੀ ਰੂਪ 'ਚ ਚੰਗੀ ਨਹੀਂ ਹੈਗੀ ਤੇ ਸਾਡੇ ਜਿਹੜੇ ਲੀਡਰ ਆ ਉਹਦੀ ਨਿੰਦਾ ਜ਼ਰੂਰ ਵਧੀਆ ਤਰੀਕੇ ਨਾਲ ਕਰ ਦਿੰਦੇ ਆ। ਬਿਲਕੁਲ। ਤੇ ਅੱਜ ਦੇ ਪ੍ਰੋਗਰਾਮ 'ਚ ਅਸੀਂ ਗੱਲਾਂ ਕਰਨੀਆਂ ਇਲੈਕਸ਼ਨਸ ਦੀਆਂ ਵੀ ਤੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਬੀਜੇਪੀ ਪ੍ਰਧਾਨ ਨੂੰ ਲਿਖੀ ਹੋਈ ਇੱਕ ਚਿੱਠੀ ਆ। ਜੀ ਜੀ। ਤੇ ਰਾਜ ਸਭਾ ਦੇ ਵਿੱਚ ਕੁਝ ਮੈਂਬਰ ਜਿੱਤੇ ਨੇ ਜੀ। ਇਹੋ ਜਿਹੀਆਂ ਕੁਝ ਰਲਮੀਆਂ ਮਿਲਮੀਆਂ ਘਟਨਾਵਾਂ ਕਰਨੀਆਂ। ਜੀ, ਮੈਂ ਇੱਕ ਥੋੜ੍ਹਾ ਜਿਹਾ ਸਮਾਂ ਲੈਣਾ ਚਾਹੂੰਗਾ ਜੇ 1 ਮਿੰਟ ਹੈ ਤੁਹਾਡੇ ਕੋਲ ਤਾਂ। ਜੀ ਜੀ ਜੀ। ਵੀ ਆਪਾਂ ਪਹਿਲਾਂ ਇੱਕ ਜ਼ਿਕਰ ਕੀਤਾ ਸੀਗਾ ਜੀ ਵੀ ਆਪਣੇ ਸੋਸ਼ਲ ਮੀਡੀਆ ਦਾ ਸਹੀ ਵਰਤੋਂ ਕਰਦੇ ਹਾਂ। ਇੱਕ ਦਿੱਲੀ ਦੇ ਮਾਲਵੀਆ ਨਗਰ ਦੇ ਵਿੱਚ ਸੀ ਬਾਬੇ ਦਾ ਢਾਬਾ। ਜੀ। ਬਜ਼ੁਰਗ ਜੋੜਾ ਸੀ, 80 ਸਾਲ ਤੁਸੀਂ ਸੁਣਾਈ ਸੀ ਕੁਝ ਦਿਨ ਪਹਿਲਾਂ ਉਹ ਗੱਲ। ਕਾਂਤਾ ਪ੍ਰਸਾਦ ਤੇ ਉਹਦੀ ਘਰ ਵਾਲੀ, ਇਹ ਸਿਆਣੇ ਉਮਰ ਦੇ 80 ਸਾਲ ਤੋਂ ਉੱਪਰ ਦੀ ਉਮਰ ਦੇ ਆ ਦੋਨੇ, ਔਰ ਕਾਫੀ ਲੰਬੇ ਸਮੇਂ ਤੋਂ ਜੀ ਉਹ ਢਾਬਾ ਇੱਕ ਛੋਟਾ ਰੇਹੜੀ ਟਾਈਪ ਵਿੱਚ ਢਾਬਾ ਚਲਾਉਂਦੇ ਸੀ, ਬਹੁਤਾ ਵੱਡਾ ਤਾਂ ਨਹੀਂ ਸੀ, ਪਰ ਲੋਕਡਾਊਨ ਦੇ ਵਿੱਚ ਵਿਚਾਰਿਆਂ ਦਾ ਬਹੁਤ ਕੰਮ ਖਰਾਬ ਹੋ ਗਿਆ ਸੀ। ਤੇ ਹੋਇਆ ਸੀ ਵੀ ਕਿਸੇ YouTube ਬਲੌਗਰ ਨੇ ਉਹਦੀ ਇੱਕ ਵੀਡੀਓ ਬਣਾ ਕੇ ਜਿਹਦੇ ਵਿੱਚ ਉਹ ਰੋ ਰਹੇ ਆ ਵੀ ਸਾਨੂੰ ਬਹੁਤ ਨੁਕਸਾਨ ਹੋ ਰਿਹਾ, ਬਹੁਤ ਸਾਡਾ ਰੋਟੀ ਪਾਣੀ ਦਾ ਵੀ ਜਿਹੜਾ ਗੁਜ਼ਰ ਬਸਰ ਬਹੁਤ ਔਖਾ ਹੋਇਆ ਆ ਜੀ। ਤੇ ਉਹਨੇ ਉਹ ਵੀਡੀਓ ਪਾਤੀ ਸੀ ਤਾਂ ਕੁਦਰਤੀ ਆ ਵੀ ਲੋਕਾਂ ਦਾ ਜਿਹੜਾ ਉਸ ਵੱਲ ਨੂੰ ਮਦਦ ਦੇ ਹੱਥ ਉੱਠ ਗਏ ਸੀਗੇ। ਇਕੱਲੇ ਦੇਸ਼ ਵਿੱਚ ਹੀ ਨਹੀਂ, ਵਿਦੇਸ਼ਾਂ 'ਚ ਵੀ ਆਉਣ ਲੱਗ ਪਏ ਸੀਗੇ। ਪਰ ਹੁਣ ਉਹਦੇ ਵਿੱਚ ਇੱਕ ਨਵਾਂ ਮੋੜ ਆ ਗਿਆ। ਅੱਛਾ ਜੀ। ਨਵਾਂ ਮੋੜ ਇਹ ਆਇਆ ਵੀ ਉਹ ਜਿਹੜਾ ਮੁੰਡਾ ਸੀ ਗੌਰਵ ਵਾਸਨ, ਜਿਹਨੇ ਵੀਡੀਓ ਬਣਾਈ ਸੀਗੀ ਜੀ, ਉਹਦੇ ਉੱਤੇ ਹੀ ਹੇਰਾਫੇਰੀ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ। ਅੱਛਾ ਜੀ। ਉਹ ਹੋਇਆ ਇੱਦਾਂ ਵੀ ਕਿਸੇ ਹੋਰ YouTube ਬਲੌਗਰ ਨੇ ਪਤਾ ਨਹੀਂ ਕਿੱਥੋਂ ਉਹਨੇ ਲੱਭਿਆ ਜਾਂ ਕੀ ਕੀਤਾ ਜਾਂ ਮਨ ਘੜਤ ਬਣਾਇਆ ਜਾਂ ਉਹ ਰੱਬ ਹੀ ਜਾਣਦਾ, ਉਹਨੇ ਕਹਿ ਦਿੱਤਾ ਵੀ ਜਿਹੜੇ ਪੈਸੇ ਉਹ ਬਾਬੇ ਕੇ ਢਾਬੇ ਦੇ ਜਿਹੜੇ ਬਜ਼ੁਰਗ ਆ ਉਹਨੂੰ ਆਉਂਦੇ ਸੀਗੇ, ਉਹਦੇ ਵਿੱਚ ਇਹ ਬੰਦਾ ਹੇਰਾਫੇਰੀ ਕਰ ਗਿਆ ਜੀ। ਹੁਣ ਉਹਦੇ ਇਸ ਮਾਮਲੇ ਦੇ ਵਿੱਚ ਉਸ ਬਜ਼ੁਰਗ ਨੇ ਵੀ ਕਾਹਲੀ ਕੀਤੀ ਵੀ ਚੱਕ ਕੇ ਉਹਨੇ ਪੁਲਿਸ ਕੋਲ ਸ਼ਿਕਾਇਤ ਕਰਤੀ ਇਸ ਬੰਦੇ ਦੇ ਖਿਲਾਫ। ਅੱਛਾ ਜੀ। ਵੀ ਦੇਖੋ ਜੀ ਮੇਰੇ ਕੋਲ ਜਿੰਨੇ ਪੈਸੇ ਆਉਣੇ ਸੀ ਆਏ ਨਹੀਂ। ਤੇ ਜਦੋਂ ਉਹਦੇ ਨਾਲ ਗੱਲ ਕੀਤੀ ਗਈ ਗੌਰਵ ਨਾਲ ਮੀਡੀਆ ਵਾਲਿਆਂ ਨੇ, ਤਾਂ ਉਹਨੇ ਸਾਫ਼ ਸ਼ਬਦਾਂ ਵਿੱਚ ਕਿਹਾ ਜੀ ਬਈ ਪਹਿਲੀ ਗੱਲ ਤਾਂ ਮੇਰੇ ਸਾਰੇ ਅਕਾਊਂਟ ਚੈੱਕ ਕਰ ਲਓ, ਵੀ ਕੋਈ ਬੰਦਾ ਆਪਣੇ ਜਿਹੜੀ ਬੈਂਕ ਡਿਟੇਲ ਆ, ਬੈਂਕ ਅਕਾਊਂਟ ਦੀ ਜਿਹੜੀ ਡਿਟੇਲ ਆ ਉਹ ਨਸ਼ਰ ਨਹੀਂ ਕਰਦਾ। ਮੈਂ ਤਾਂ ਕਹਿੰਦਾ ਚੱਕ ਕੇ ਸਾਰੀ ਫੇਸਬੁੱਕ ਤੇ ਹੋਰ ਸਾਰੇ ਸੋਸ਼ਲ ਮੀਡੀਆ 'ਤੇ ਪਾਤੀਆਂ ਜੀ, ਉਹਦੇ ਵਿੱਚ ਚੈੱਕ ਕਰ ਸਕਦੇ ਵੀ ਕਿੰਨੇ ਅਕਾਊਂਟ ਆਏ ਆ। ਕਹਿੰਦਾ ਮੈਂ ਇਹਨਾਂ ਨੂੰ ਜ਼ਰੂਰ ਕਿਹਾ ਸੀਗਾ ਵੀ ਤੁਹਾਡੀ ਜਿਹੜੀ ਮਦਦ ਆਉਣੀ ਆ ਤਾਂ ਮੈਂ ਅਕਾਊਂਟ ਨੰਬਰ ਭਾਵੇਂ ਆਪਣਾ ਦੇ ਦਿੰਦਾ, ਜੇ ਤੁਹਾਡਾ ਦੇ ਦਿੰਦਾ ਤਾਂ ਵੀ ਕੋਈ ਨਹੀਂ। ਪਰ ਕਹਿੰਦਾ ਮੈਂ ਇੱਕ ਵਾਰੀ ਇਹਨਾਂ ਦਾ ਅਕਾਊਂਟ ਚੈੱਕ ਕਰਨ ਗਿਆ ਵੀ ਸੀ ਬੈਂਕ ਦੇ ਵਿੱਚ, ਤੇ ਜਦੋਂ ਬੈਂਕ 'ਚ ਗਿਆ ਤਾਂ ਉੱਥੇ ਬੈਂਕ ਵਾਲਿਆਂ ਨੇ ਇਹਨਾਂ ਦਾ ਅਕਾਊਂਟ ਫਰੀਜ਼ ਕਰਤਾ ਸੀ। ਅੱਛਾ ਜੀ। ਕਹਿੰਦਾ ਮੈਂ ਫਿਰ ਮੈਨੇਜਰ ਨੂੰ ਪੁੱਛਿਆ ਵੀ ਬਜ਼ੁਰਗਾਂ ਦਾ ਅਕਾਊਂਟ ਫਰੀਜ਼ ਕਿਉਂ ਕੀਤਾ। ਉਹ ਕਹਿੰਦੇ ਵੀ ਜਦੋਂ ਦੀ ਇਹ ਸੋਸ਼ਲ ਮੀਡੀਆ ਦਾ ਇਹਨਾਂ ਦਾ ਜਿਹੜਾ ਪ੍ਰਚਲਿਤ ਹੋਈ ਆ ਗੱਲ, ਉਦੋਂ ਤੋਂ ਪੈਸਾ ਹੀ ਇੰਨਾ ਆ ਗਿਆ ਵੀ ਘੱਟੋ ਘੱਟ 20 ਲੱਖ ਤੱਕ ਦੀ ਐਂਟਰੀ ਹੋ ਗਈ ਸੀ। ਅੱਛਾ। ਜਿਹਦੇ ਕਰਕੇ ਸਾਨੂੰ ਇਹ ਅਕਾਊਂਟ ਫਰੀਜ਼ ਕਰਨਾ ਪਿਆ ਵੀ ਇੰਨਾ ਆ ਰਿਹਾ। ਕਹਿੰਦਾ ਮੈਂ ਫਿਰ ਉਸ ਤੋਂ ਬਾਅਦ ਇੱਕ ਵੀਡੀਓ ਹੋਰ ਪਾਈ ਸੀ ਬਈ ਜਿੰਨੀ ਕੁ ਮਦਦ ਹੋਣੀ ਚਾਹੀਦੀ ਸੀ ਬਜ਼ੁਰਗਾਂ ਦੀ ਹੋ ਗਈ ਆ, ਵੀ ਹੁਣ ਰੱਬ ਦਾ ਵਾਸਤਾ ਹੋਰ ਮਦਦ ਨਾ ਕਰਿਓ ਜੀ। ਕਹਿੰਦਾ ਜੇ ਮੈਨੂੰ ਇਹ ਲਾਲਚ ਹੁੰਦਾ ਤਾਂ ਮੈਂ ਉਹਨਾਂ ਤੋਂ ਹੋਰ ਮੰਗਾਈ ਜਾਂਦਾ,
ਮੈਨੂੰ ਕੀ ਲੋੜ ਸੀ ਨਾ ਕਰਨ ਦੀ, ਤੇ ਲੋਕੀ ਤਾਂ ਤੁਹਾਨੂੰ ਪਤਾ ਮਦਦ ਤਾਂ ਕਰਦੇ ਆ। ਜੀ। ਤੇ ਉਸ ਬਜ਼ੁਰਗ ਦਾ ਵੀ ਕਹਿਣਾ ਸੀਗਾ ਬਈ ਕਮਾਲ ਹੋ ਗਈ ਸੀ ਵੀ ਉਦੋਂ ਤਾਂ ਮੇਰੀ ਆਮਦਨ ਹੀ ਇੱਕ ਦਿਨ ਦੀ ਇੰਨੀ ਹੋ ਗਈ, ਉਸ ਤੋਂ ਬਾਅਦ ਲੋਕੀ ਸੈਲਫੀਆਂ ਖਿੱਚਣ ਦੇ ਬਹਾਨੇ ਹੀ ਮੇਰੇ ਕੋਲ ਆ ਕੇ ਆਪਣਾ ਖਾਣਾ ਪੀਣਾ ਖਾਂਦੇ ਸੀਗੇ, ਆ ਕੇ ਵਧੀਆ ਚੀਜ਼ ਬਣਾਉਂਦਾ ਸੀਗਾ। ਜੀ। ਪਰ ਹੁਣ ਇਹ ਨਵਾਂ ਮੋੜ ਕਿਉਂ ਕੱਟਿਆ, ਕਿਵੇਂ ਹੋਇਆ, ਇਹ ਸਮਝ ਤੋਂ ਪਰੇ ਆ। ਪਰ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਜੇ ਬਜ਼ੁਰਗਾਂ ਨੂੰ ਚਾਹੇ ਉਹ 1 ਲੱਖ ਆਇਆ, ਚਾਹੇ 2 ਆਇਆ, ਚਾਹੇ 20 ਆਏ, ਪਰ ਉਹਨੂੰ ਜੇ ਲਾਈਮਲਾਈਟ 'ਚ ਲਿਆਉਣ ਵਾਲਾ ਬੰਦਾ ਤਾਂ ਉਹ ਗੌਰਵ ਹੀ ਸੀ ਨਾ ਜੀ। ਤੇ ਜੇ ਆਪਾਂ ਇੱਕ ਮਨੁੱਖਤਾ ਦੇ ਨਾਤੇ ਦੇਖੀਏ ਤਾਂ ਫਿਰ ਆਪਾਂ ਇਹ ਸੋਚਾਂਗੇ ਵੀ ਬੰਦਾ ਇਸੇ ਕਰਕੇ ਕਿਸੇ ਦੀ ਮਦਦ ਨੂੰ ਅੱਗੇ ਨਹੀਂ ਆਉਂਦਾ ਜੀ। ਵੀ ਉਹਨੂੰ ਜੇ ਆਖੀਰ 'ਚ ਜਾ ਕੇ ਬਦਨਾਮੀ ਹੀ ਮਿਲਣੀ ਆ, ਉਹਦੇ ਤੇ ਉਂਗਲਾਂ ਹੀ ਉੱਠਣੀਆਂ, ਤਾਂ ਫਿਰ ਉਹਨ ਵਿਚਾਰੇ ਨੇ ਇਹ ਸੋਚਣਾ ਵੀ ਯਾਰ ਫਿਰ ਮਦਦ ਕਰਨ ਦਾ ਕੀ ਤੁੱਕ ਬਣਦੀ ਆ। ਪਰ ਉਸ ਬੰਦੇ ਨੇ ਉਹਨੂੰ ਇਸ ਲਾਈਮਲਾਈਟ 'ਚ ਇਸ ਕਦਰ ਫਲੈਸ਼ ਕਰਤਾ ਦੁਨੀਆ ਭਰ 'ਚ ਵੀ ਉਹਦੀ ਮਦਦ ਹੋਣ ਲੱਗ ਪਈ, ਵਧੀਆ ਕੰਮ ਚੱਲਣ ਲੱਗ ਪਿਆ ਸੀਗਾ। ਹੁਣ ਉਹ ਕੰਮ ਪੁਲਿਸ ਕੋਲ ਚੱਲ ਗਿਆ ਆ। ਖੈਰ ਉਹ ਤਾਂ ਆਪਣੇ ਤੌਰ ਤੇ ਪੂਰੀ ਤਰ੍ਹਾਂ ਸਪਸ਼ਟ ਕਹਿ ਰਿਹਾ ਵੀ ਮੈਂ ਇੱਕ ਵੀ ਜੇ ਮੈਂ ਪੈਸਾ ਖਾਧਾ ਹੋਵੇ ਤਾਂ ਮੈਂ ਕਸੂਰਵਾਰ ਆ, ਤੁਸੀਂ ਜਿੱਥੇ ਮਰਜ਼ੀ ਚੈੱਕ ਕਰ ਸਕਦੇ ਆ। ਤੇ ਬਜ਼ੁਰਗ ਵੀ ਇਸ ਗੱਲ ਨੂੰ ਮੰਨਦੇ ਆ ਵੀ ਮੇਰਾ ਬੈਂਕ ਅਕਾਊਂਟ ਫਰੀਜ਼ ਕਰਤਾ, ਪਤਾ ਨਹੀਂ ਸ਼ਾਇਦ ਇਹਨੇ ਕਰਾਇਆ ਬੈਂਕ ਅਕਾਊਂਟ, ਮੇਰੇ ਖਿਆਲ ਪਤਾ ਉਹਨਾਂ ਨੇ ਵੀ ਨਹੀਂ ਕੀਤਾ ਜਾ ਕੇ ਜੀ। ਵੀ ਸਾਡੇ ਅਕਾਊਂਟ 'ਚ ਕਿੰਨੇ ਪੈਸੇ ਆਏ ਆ ਕਿੰਨੇ ਨਹੀਂ ਆਏ। 3,23,000 ਦਾ ਕੋਈ ਰੌਲਾ ਪੈ ਰਿਹਾ, ਬਾਕੀ ਜਿਹੜਾ 20 ਲੱਖ ਦਾ ਆ ਉਹ ਤਾਂ ਉਹਦੇ ਕਹਿਣ ਮੁਤਾਬਕ ਬੈਂਕ ਦੇ ਵਿੱਚ ਹੀ ਆ, ਜਿੱਥੋਂ ਮਰਜ਼ੀ ਜਾ ਕੇ ਪਤਾ ਕਰ ਸਕਦੇ ਆ। ਸੋ ਇਹ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਹ ਗੱਲ ਜਿਹੜੀ ਹੋਈ ਆ ਇਹ ਹੋਣੀ ਨਹੀਂ ਚਾਹੀਦੀ ਸੀਗੀ ਤੇ ਉਹਦੇ ਬਜ਼ੁਰਗ ਦੇ ਐਂਡ ਤੋਂ ਹੋਈ ਆ ਜਾਂ ਕਿਸੇ ਹੋਰ ਤੀਜੇ ਬੰਦੇ ਨੇ ਉਹਨਾਂ ਨੂੰ ਭੜਕਾਤਾ, ਇਹ ਗੱਲ ਜਚੀ ਨਹੀਂ ਇਸ ਮਕਸਦ ਦੇ ਵਿੱਚ ਆ ਕੇ। ਕੋਈ ਮਕਸਦ ਸੀਗਾ ਕਿਸੇ ਗਰੀਬ ਦੀ ਮਦਦ ਕਰਨ ਦਾ। ਜੀ। ਮਦਦ ਤੇ ਉਹਨੇ ਕੀਤੀ ਸੀ, ਸੋਸ਼ਲ ਮੀਡੀਆ ਤੇ ਅਸੀਂ ਉਹਦੀ ਤਾਰੀਫ ਵੀ ਕੀਤੀ ਸੀ ਤੇ ਸਾਰੇ ਮੁਲਕ ਦੇ ਵਿੱਚ ਉਹਦੀ ਮਸ਼ਹੂਰੀ ਵੀ ਹੋਈ ਸੀ। ਪਰ ਕੁੱਲ ਮਿਲਾ ਕੇ ਕਿਤੇ ਨਾ ਕਿਤੇ ਮਾਇਆ ਜਿਹੜੀ ਉਹ ਬੰਦੇ ਨੂੰ ਲੱਗਦਾ ਵੀ ਕਿਤੇ ਡਾਵਾਡੋਲ ਕਰ ਜਾਂਦੀ ਆ, ਪਰ ਹੋਣਾ ਨਹੀਂ ਚਾਹੀਦਾ। ਪਰ ਜਿੱਥੋਂ ਤੱਕ ਉਹ ਲੱਗਦਾ ਆ ਵੀ ਉਹ ਕਹਿੰਦਾ ਵੀ ਮੈਂ ਜਦੋਂ ਬਾਅਦ 'ਚ ਵੀਡੀਓ ਬਣਾ ਕੇ ਲੋਕਾਂ ਨੂੰ ਰੋਕਿਆ ਪੈਸਾ ਦੇਣ ਤੋਂ, ਤਾਂ ਫਿਰ ਮੈਂ ਰੋਕਣਾ ਕਾਹਦੇ ਲਈ ਸੀ? ਮੈਂ ਆਪਣਾ ਅਕਾਊਂਟ ਦਿੱਤਾ ਸੀ, ਮੇਰੇ ਪੈਸੇ ਆਈ ਜਾਣੇ ਸੀਗੇ ਜੀ। ਜਿੰਨੀ ਮਰਜ਼ੀ ਹੇਰਾਫੇਰੀ ਕਰ ਜਾਂਦਾ ਉਹਦੇ, ਉਹ ਆਪਣੇ ਤੌਰ 'ਤੇ ਤਾਂ ਸਹੀ ਆ ਨਾ, ਕਿਉਂਕਿ ਅਕਾਊਂਟ ਨੰਬਰ ਹੀ ਉਹਦਾ ਸੀਗਾ ਜੀ। ਬਿਲਕੁਲ ਤੁਹਾਡੀ ਗੱਲ ਠੀਕ ਆ ਕਿ ਅਸੀਂ ਕਿਤੇ ਨਾ ਕਿਤੇ ਚੰਗਾ ਕੰਮ ਕਰਦੇ ਹਾਂ, ਉਹਦੇ ਬਾਵਜੂਦ ਵੀ ਜਦੋਂ ਸਾਨੂੰ ਇਹੋ ਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਵੇ ਤਾਂ ਫਿਰ ਇਨਸਾਨੀਅਤ ਜਿਹੜੀ ਆ ਉਹ ਥੋੜੀ ਜਿਹੀ ਮਨ 'ਚ ਫਿਰ ਤੌਖਲਾ ਉੱਠ ਖੜਦਾ ਪਿਆ ਯਾਰ। ਇੰਨਾ ਕੁਝ ਕਰਨ ਦੇ ਬਾਵਜੂਦ ਜੇ ਇਹੋ ਜਿਹਾ ਕੰਮ ਨਾ ਕਰਦੇ ਤਾਂ ਕਿਹਨੇ ਬਾਬੇ ਨੂੰ ਪੁੱਛਣਾ ਸੀ? ਉਹ ਵਿਚਾਰੇ ਨੇ ਰੋਂਦੇ ਰਹਿ ਜਾਣਾ ਸੀ ਉੱਥੇ। ਤੁਸੀਂ ਦੇਖਿਆ ਇਸ ਤੋਂ ਬਾਅਦ ਫਿਰ ਇਹੋ ਜਿਹੀਆਂ ਹੋਰ ਘਟਨਾਵਾਂ ਹੋਣ ਲੱਗ ਪੈਂਦੀਆਂ, ਹੋਰ ਬਹੁਤ ਸਾਰੇ ਸ਼ਹਿਰਾਂ 'ਚ ਇਹੋ ਜਿਹੀਆਂ ਛੋਟੀਆਂ ਦੁਕਾਨਾਂ ਜਿਹੜੀਆਂ ਉਹ ਵੀ ਫੇਸਬੁੱਕ ਤੇ ਜਾਂ ਹੋਰ ਸੋਸ਼ਲ ਮੀਡੀਆ ਤੇ ਪਲੇਟਫਾਰਮਸ ਤੇ ਮਸ਼ਹੂਰ ਹੋਈਆਂ ਤੇ ਉਹਨਾਂ ਦਾ ਕੰਮ ਵੀ ਠੀਕ ਹੋਇਆ। ਬਿਲਕੁਲ ਸਹੀ ਹੋਇਆ। ਸੋਸ਼ਲ ਮੀਡੀਆ ਦੇ ਆਪਾਂ ਪਹਿਲਾਂ ਵੀ ਕਹਿੰਦੇ ਆਏ ਆ ਵੀ ਇਹਦੀ ਜੇ ਵਰਤੋਂ ਕਰਨੀ ਆ ਤਾਂ ਸਹੀ ਮਾਨਿਆਂ ਵਿੱਚ ਸਹੀ ਲਾਭਕਾਰੀ ਵਰਤੋਂ ਕਰੋ, ਨਾ ਕਿ ਇਹਦਾ ਜਿਹੜਾ ਨਾ ਪੱਖੀ ਵਰਤੋਂ ਕੀਤੀ ਜਾਵੇ ਜੀ। ਨਹੀਂ, ਇਹਦੀ ਵਰਤੋਂ ਤੇ ਅੱਜਕੱਲ ਪੋਲੀਟੀਕਲ ਪਾਰਟੀਆਂ ਬਹੁਤ ਵਧੀਆ ਤਰੀਕੇ ਨਾਲ ਨਹੀਂ, ਉਹਨਾਂ ਨੂੰ ਤਾਂ ਪਲੇਟਫਾਰਮ ਵੀ ਬਹੁਤ ਵਧੀਆ ਮਿਲਿਆ ਜੀ। ਹੋਰ ਕਿਤੇ ਨਹੀਂ, ਸੋਸ਼ਲ ਮੀਡੀਆ ਤੇ ਪਾ ਦਿਓ ਬਸ, ਤੁਰੇ ਫਿਰੋ ਲੋਕੀ ਦੇਖਦੇ ਰਹਿਣ। ਹੋਵੇ ਨਾ ਹੋਵੇ, ਸਾਰੀਆਂ ਪਾਰਟੀਆਂ ਦੇ ਆਈਟੀ ਸੈੱਲ ਬਹੁਤ ਮਜ਼ਬੂਤ ਕੀਤੇ ਇਹ 'ਚ ਕੋਈ ਸ਼ੱਕ ਨਹੀਂ। ਸਹੀ ਗੱਲ ਹੈ ਜੀ। ਤੇ ਆਪਾਂ ਇਹੋ ਜੀ ਇੱਕ ਇਨਸਾਨੀਅਤ ਦੀ ਖਬਰ ਕੈਨੇਡਾ ਦੀ ਵੀ ਸੁਣਾ ਰਹੇ ਸੀ ਤੁਸੀਂ। ਜੀ ਬਿਲਕੁਲ। ਉਹ ਇੱਕ ਪੰਜਾਬੀਆਂ ਦਾ ਬਹੁਤ ਹੀ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਜਦੋਂ ਇਹੋ ਜੀ ਗੱਲ ਕਿਤੇ ਵਿਦੇਸ਼ਾਂ ਵਿੱਚ ਹੋ ਜਾਵੇ। ਤਾਂ ਇਹ ਕੈਲਗਰੀ ਦੇ ਵਿੱਚ ਦੀ ਗੱਲ ਆ, ਨਾਰਥ ਈਸਟ ਉੱਥੇ ਇਲਾਕਾ ਜਿੱਥੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲਾ ਆ। ਉੱਥੇ ਇੱਦਾਂ ਹੀ ਬਰਫ਼ ਪੈਂਦੀ ਕਰਕੇ ਅੱਜ ਕੱਲ੍ਹ ਠੰਡ ਬਹੁਤ ਆ ਤੇ ਤਲਾਅ ਜੰਮ ਗਿਆ ਸੀ। ਉਹਦੇ ਉੱਤੇ 2 ਲੜਕੀਆਂ ਖੜੀਆਂ ਸੀ, ਜਾਂ ਮੰਨ ਲਓ ਵੀ ਇੱਕ ਕਿਸਮ ਨਾਲ ਵੈਸੇ ਜਿੱਦਾਂ ਆਪਾਂ ਕਹੀਦਾ ਨਾ ਵੀ ਪਾਣੀ ਯਾਰ ਜੰਮਿਆ, ਦੇਖੀ ਕਿੰਨਾ ਕੁ ਹੋਰ ਜੰਮਿਆ, ਥੋੜ੍ਹਾ ਜਿਹਾ ਹੋਰ ਚੱਲ ਜਾਂਦੇ ਆ, ਪਰ ਬਰਫ਼ ਤਾਂ ਬਰਫ਼ ਹੀ ਹੁੰਦੀ ਆ, ਪਤਾ ਨਹੀਂ ਕਿਹੜੇ ਵੇਲੇ ਟੁੱਟ ਜਾਏ। ਉਹ ਇੱਦਾਂ ਹੀ ਉਹ ਤੇ ਖੜੀਆਂ ਸੀ, ਕਿਤੇ ਉਹ ਟੁੱਟ ਗਿਆ ਤੇ ਤਲਾਅ 'ਚ ਡਿੱਗ ਪਈਆਂ। ਉਸੇ ਦੌਰਾਨ ਹੀ ਆਲੇ ਦੁਆਲੇ ਉੱਥੇ ਪੰਜਾਬੀ ਭਾਈਚਾਰੇ ਦੇ ਬਜ਼ੁਰਗ ਸੀ, ਹੋਰ ਵੀ ਲੋਕ ਸੀਗੇ, ਸੈਰ ਵਗੈਰਾ ਕਰਦੇ ਸੀ, ਸਵੇਰ ਦਾ ਟਾਈਮ ਸੀਗਾ। ਪਰ ਉੱਥੇ 2 ਬਜ਼ੁਰਗਾਂ ਨੇ ਦੇਖਿਆ ਵੀ ਇਹ ਤਾਂ ਕੰਮ ਠੀਕ ਨਹੀਂ, ਬਚਾਉਣਾ ਚਾਹੀਦਾ। ਮੈਂ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਵੀ ਕਈ ਹੋਰ ਵੀ ਸੀਗੇ, ਸ਼ਾਇਦ ਹੋਰ ਭਾਈਚਾਰਾ ਹੋਵੇ, ਉਹਨਾਂ ਨੇ ਕਿਹਾ ਵੀ ਯਾਰ ਛੱਡੋ, ਆਪਣਾ ਕੀ ਲੈਣਾ। ਪਰ ਇਹੋ ਜਿਹੀ ਗੱਲ ਨਹੀਂ ਆਪਾਂ ਦੇਖ ਕੇ ਅੱਖਾਂ ਪਰੇ ਨਹੀਂ ਕਰਨੀ ਚਾਹੀਦੀਆਂ। ਜੇ ਕਿਸੇ ਦੀ ਜਾਨ ਬਚਦੀ ਹੋਵੇ ਤਾਂ ਪੰਜਾਬੀ ਤਾਂ ਚਲੋ ਪਹਿਲਾਂ ਹੀ ਕੁੱਦ ਪੈਂਦਾ ਹੁੰਦਾ ਕਿਸੇ ਨੂੰ ਜਾਨ ਬਚਾਉਣ ਲਈ। ਤੇ ਉਹ ਬਜ਼ੁਰਗਾਂ ਨੇ ਪਹਿਲਾਂ ਤਾਂ ਉੱਥੇ ਇੱਕ ਕੰਸਟਰਕਸ਼ਨ ਦਾ ਸਮਾਨ ਪਿਆ ਹੋਇਆ ਸੀ ਲਾਗੇ ਛਾਗੇ, ਉਹਦੇ ਨਾਲ ਕੋਸ਼ਿਸ਼ ਕੀਤੀ ਵੀ ਸ਼ਾਇਦ ਇਹਦੇ ਨਾਲ ਕਿਸੇ ਤਰੀਕੇ ਨਾਲ ਕੁੜੀਆਂ ਨੂੰ ਬਾਹਰ ਕੱਢ ਲਈਏ। ਪਰ ਜਦੋਂ ਉਹ ਕਾਮਯਾਬ ਨਹੀਂ ਹੋਏ ਤਾਂ ਜਿਹੜੀ ਇੱਕ ਸਿੱਖ ਦੀ ਸ਼ਾਨ ਆ ਦਸਤਾਰਾਂ, ਉਹਨਾਂ ਨੇ ਉਹ ਦਸਤਾਰਾਂ ਉਤਾਰ ਕੇ ਉਹਦਾ ਇੱਕ ਰੱਸੇ ਵਜੋਂ ਉਹਨੂੰ ਗੰਢ ਦੇ ਕੇ ਰੱਸੇ ਦੇ ਤੌਰ ਤੇ ਵਰਤ ਕੇ ਔਰ ਬੜੀ ਮੁਸ਼ੱਕਤ ਨਾਲ ਉਹਨਾਂ ਨੂੰ ਲੜਕੀਆਂ ਨੂੰ ਬਾਹਰ ਕੱਢਿਆ। ਇਹਦੇ ਨਾਲ ਹੀ ਹੋਰ ਵੀ ਆਲੇ ਦੁਆਲੇ ਦੇ ਜਿਹੜੇ ਪੰਜਾਬੀ ਭਾਈਚਾਰੇ ਵਾਲੇ ਲੋਕ ਸੀ ਉਹ ਵੀ ਆ ਗਏ ਮਦਦ ਨੂੰ। ਉੱਥੇ ਇੱਕ ਸਾਹਮਣੇ ਘਰ ਸੀਗਾ, ਉੱਥੇ ਇੱਕ ਔਰਤ ਸੀ, ਉਸ ਵੀਡੀਓ ਬਣਾ ਰਹੀ ਸੀ ਪੂਰੀ। ਉਹਦਾ ਕਹਿਣਾ ਆ ਵੀ ਮੇਰੀ ਬੇਟੀ ਨੇ ਦੇਖਿਆ ਵੀ ਉਹ 2 ਕੁੜੀਆਂ ਡਿੱਗ ਰਹੀਆਂ, ਵਿੱਚ ਡਿੱਗ ਪਈਆਂ। ਉਸ ਦੌਰਾਨ ਕਹਿੰਦੇ ਮੈਂ ਵੀਡੀਓ ਬਣਾਉਣ ਲੱਗ ਪਈ, ਪਰ ਕਹਿੰਦੇ ਇਹਨਾਂ ਦਾ ਜਿਹੜਾ ਬਹੁਤ ਸ਼ੁਕਰਗੁਜ਼ਾਰ ਔਰ ਇਹਨਾਂ ਦਾ ਜਿੰਨਾ ਮਾਣ ਕੀਤਾ ਜਾਵੇ ਬਜ਼ੁਰਗਾਂ ਦਾ ਉਹਨਾਂ ਥੋੜ੍ਹਾ ਹੈ ਵੀ ਇਹਨਾਂ ਨੇ ਸਮੇਂ ਸਿਰ ਰਹਿੰਦਿਆਂ ਉਸ ਲੜਕੀਆਂ ਦੀ ਜਾਨ ਬਚਾ ਲਈ। ਮੈਂ ਇਹਦੇ ਨਾਲ ਹੋਰ ਜ਼ਿਕਰ ਕਰ ਦੇਵਾਂ ਵੀ ਇਸ ਤੋਂ ਪਹਿਲਾਂ ਵੀ ਅਗਸਤ ਮਹੀਨੇ ਦੀ ਗੱਲ ਆ, ਜਦੋਂ ਕੈਲੀਫੋਰਨੀਆ ਦੇ ਵਿੱਚ 2 ਮੈਕਸੀਕਨ ਕੁੜੀਆਂ ਡੁੱਬ ਰਹੀਆਂ ਸੀਗੀਆਂ ਦਰਿਆ ਦੇ ਵਿੱਚ। ਉਦੋਂ ਵੀ ਇੱਕ ਆਪਣਾ ਗੁਰਦਾਸਪੁਰ ਜ਼ਿਲ੍ਹੇ ਦਾ ਸੀ ਮਨਜੀਤ ਸਿੰਘ,
ਜੀ ਜਿਹਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਗਾਰ ਛਾਲ ਮਾਰਤੀ ਸੀਗੀ। ਉਹ ਲੜਕੀਆਂ ਨੂੰ ਤਾਂ ਬਚਾ ਗਿਆ ਸੀ, ਪਰ ਉਹ ਆਪਣੀ ਜਾਨ ਤੋਂ ਹੱਥ ਧੋ ਬੈਠਾ ਸੀਗਾ। ਪਰ ਉਹਦੀ ਵੀ ਚਰਚਾ ਬਹੁਤ ਹੋਈ ਸੀ ਪੂਰੇ ਵਰਲਡ ਦੇ ਵਿੱਚ, ਔਰ ਉਹਦਾ ਕਾਫੀ ਪ੍ਰਸ਼ੰਸਾ ਉੱਥੇ ਲੈਵਲ ਤੇ ਹੋਈ, ਸਰਕਾਰ ਲੈਵਲ ਤੇ ਵੀ ਹੋਈ ਸੀਗੀ। ਔਰ ਉਹਨਾਂ ਕੁੜੀਆਂ ਨੇ ਵੀ ਕਿਹਾ ਸੀ ਵੀ ਸਾਡਾ ਇਹ ਹੀਰੋ ਆ। ਉਹਨਾਂ ਨੇ ਆਪਣੀ ਜਰਸੀਆਂ ਜਿਹੜੀਆਂ ਉਹਦੇ ਫੋਟੋ ਵਾਲੀਆਂ ਪਾ ਕੇ ਬਹੁਤ ਮਾਣ ਵਧਾਇਆ ਸੀਗਾ ਪੰਜਾਬੀਆਂ ਦਾ। ਸੋ ਇਹੋ ਜਿਹੀਆਂ ਘਟਨਾਵਾਂ ਜਦੋਂ ਆਪਾਂ ਦੇਖਦੇ ਹਾਂ ਤਾਂ ਕੁਦਰਤੀ ਆਪੇ ਸਾਡੇ ਪੰਜਾਬ ਦਾ, ਸਾਡੇ ਸਿੱਖਾਂ ਦਾ, ਪੰਜਾਬੀਆਂ ਦਾ ਮਾਣ ਦੁੱਗਣਾ ਤਿੱਗਣਾ ਵੱਧ ਜਾਂਦਾ ਜੀ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਇਸੇ ਗੱਲ ਤੇ ਲੱਗਦਾ ਸਾਨੂੰ ਇਦਾਂ ਦੀਆਂ ਗੱਲਾਂ ਹੋ ਰਹੀਆਂ ਵੀ ਇਨਸਾਨੀਅਤ ਜਿਹੜੀ ਉਹ ਜ਼ਿੰਦਾ ਰਹਿਣੀ ਚਾਹੀਦੀ ਹੈ। ਜੇ ਅਸੀਂ ਕਿਸੇ ਦੀ ਮਦਦ ਕਰ ਸਕੀਏ ਤੇ ਉਹ ਜ਼ਰੂਰ ਕਰਨੀ ਚਾਹੀਦੀ। ਬਿਲਕੁਲ ਜੀ, ਬਿਲਕੁਲ। ਸ਼ੇਰਗਿੱਲ ਸਾਹਿਬ, ਪ੍ਰੋਗਰਾਮ ਦਾ ਅਗਲਾ ਹਿੱਸਾ ਫਿਰ ਲੈ ਕੇ ਆਈਏ, ਰਾਜਨੀਤੀ ਦੀਆਂ ਗੱਲਾਂ ਕਰੀਏ ਸ਼ੁਰੂ, ਪਰ ਸਮਾਂ ਹੁਣ ਇੱਕ ਬ੍ਰੇਕ ਮੰਗਦਾ ਜੀ। ਮਿਲਦੇ ਹਾਂ ਜੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਨੈਸ਼ਨਲ ਟੀਵੀ ਦਾ ਪ੍ਰੋਗਰਾਮ ਵਿਚਾਰ ਚਰਚਾ। ਸ਼ੇਰਗਿੱਲ ਸਾਹਿਬ, ਅਸੀਂ ਗੱਲ ਕੀਤੀ ਸੀ ਇਨਸਾਨੀਅਤ ਦੀ, ਤੇ ਆਪਾਂ ਹੁਣ ਗੱਲ ਕਰੀਏ ਪੰਜਾਬ ਦੀ ਜੀ। ਤੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਬੀਜੇਪੀ ਦੇ ਪ੍ਰਧਾਨ ਨੂੰ ਇੱਕ ਚਿੱਠੀ ਲਿਖੀ ਆ। ਇਹਦੀ ਕੀ ਮਹੱਤਤਾ ਆ ਤੇ ਕੀ ਇਹ ਚਿੱਠੀ ਆ? ਦੇਖੋ ਜੀ, ਇਹ ਸਿਆਸੀ ਗਲਿਆਰਿਆਂ ਦੇ ਵਿੱਚ ਤਾਂ ਇਹਦੇ ਬਾਰੇ ਕਾਫੀ ਸਵਾਲ ਉੱਠ ਰਹੇ ਆ, ਪਰ ਮੇਰੇ ਵੀ ਮਨ 'ਚ ਕਾਫੀ ਸੰਸ਼ਾ ਪੈਦਾ ਹੋ ਰਿਹਾ ਵੀ ਇੱਕ ਪਾਰਟੀ ਦੇ ਪ੍ਰਧਾਨ ਨੂੰ ਪੱਤਰ ਲਿਖਣ ਦੀ ਕੀ ਤੁੱਕ ਬਣਦੀ ਆ ਜੀ। ਜਿਹੜਾ ਕਿ ਇੱਕ ਸਿਆਸੀ ਤੌਰ ਤੇ ਵਿਚਰਦਾ, ਉਹਦੇ ਕੋਲ ਕੋਈ ਕੇਂਦਰ ਦਾ ਪੋਰਟਫੋਲੀਓ ਹੈ ਨਹੀਂ, ਕੋਈ ਮੰਤਰੀ ਨਹੀਂ, ਕੋਈ ਕੁਛ ਨਹੀਂ, ਉਹਨੂੰ ਪੱਤਰ ਲਿਖਣ ਦੀ ਕੋਈ ਤੁੱਕ ਨਹੀਂ ਬਣਦੀ। ਇਹਦੇ ਵਿੱਚ ਵਿਰੋਧੀਆਂ ਨੇ ਵੀ ਸਵਾਲ ਉਠਾਏ ਆ, ਇੱਥੋਂ ਤੱਕ ਕਿ ਆਪ ਵਾਲੇ ਜਿਹੜੇ ਹਰਪਾਲ ਸਿੰਘ ਚੀਮਾ ਉਹਨਾਂ ਨੇ ਤਾਂ ਸਾਫ਼ ਹੀ ਕਹਿਤਾ ਸੀ ਵੀ ਕੈਪਟਨ ਹੋਣੀ ਪ੍ਰਧਾਨ ਮੰਤਰੀ ਤੋਂ ਡਰਦੇ ਆ ਜੀ। ਇਸੇ ਕਰਕੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਸਿੱਧਾ ਲਿਖਣ ਦੀ ਬਜਾਏ ਪਾਰਟੀ ਦੇ ਪ੍ਰਧਾਨ ਨੂੰ ਲਿਖਿਆ ਜੀ। ਤੇ ਅਕਾਲੀ ਦਲ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਇਤਿਹਾਸ 'ਚ ਕਦੀ ਇੱਦਾਂ ਹੋਇਆ ਵੀ ਇੱਕ ਮੁੱਖ ਮੰਤਰੀ ਕਿਸੇ ਪਾਰਟੀ ਦੇ ਪ੍ਰਧਾਨ ਨੂੰ ਚਿੱਠੀ ਲਿਖਦਾ ਹੋਵੇ। ਜਿੱਥੇ ਗੱਲ ਪ੍ਰਸ਼ਾਸਨ ਦੀ ਆ ਜਾਂਦੀ ਆ, ਜਿੱਥੇ ਗੱਲ ਇਹੋ ਜਿਹੇ ਮਸਲਿਆਂ ਦੀ ਆ ਜਾਂਦੀ ਆ, ਉੱਥੇ ਤਾਂ ਕੰਮ ਚੱਲਣ ਡਿਆ ਸਰਕਾਰਾਂ ਦੇ ਵਿੱਚ ਜੀ। ਕੇਂਦਰ ਸਰਕਾਰ ਤੇ ਸਟੇਟ ਸਰਕਾਰ ਦੇ ਆਪਸੀ ਤਾਲਮੇਲ ਦੀ ਗੱਲ ਆ, ਆਪਸ ਦੇ ਵਿੱਚ ਗੱਲ ਚੱਲਦੀ ਆ। ਉੱਥੇ ਪਾਰਟੀ ਵਾਲੀ ਗੱਲ ਤਾਂ ਕਿਤੇ ਰਹਿ ਨਹੀਂ ਜਾਂਦੀ। ਨਹੀਂ, ਇਹ ਚਿੱਠੀ ਲਿਖੀ ਕੀ ਆ? ਚਿੱਠੀ ਦਾ ਲਿਖਿਆ ਇਹ ਸੀਗਾ ਵੀ ਦੇਖੋ ਜੀ, ਪੰਜਾਬ ਦਾ ਮਸਲਾ ਬੜਾ ਪੇਚੀਦਾ ਬਣਿਆ ਹੋਇਆ ਆ। ਕਿਸਾਨਾਂ ਦਾ ਜਿਹੜਾ ਮਸਲਾ ਆ, ਇਹਦੇ ਵਿੱਚ ਤੁਸੀਂ ਲੈ ਕੇ ਮਾਲ ਗੱਡੀਆਂ ਬੰਦ ਕੀਤੀਆਂ ਹੋਈਆਂ, ਪੰਜਾਬ ਦੀ ਆਰਥਿਕ ਨਾਕਾਬੰਦੀ ਕੀਤੀ ਆ। ਇਹਨੂੰ ਆਪਾਂ ਸਿਆਸਤ ਤੋਂ ਉੱਪਰ ਉੱਠ ਕੇ ਇਹ ਗੱਡੀਆਂ ਚਲਾਈਏ ਤੇ ਪੰਜਾਬ ਦੀ ਆਰਥਿਕ ਨਾਕਾਬੰਦੀ ਖਤਮ ਕਰੀਏ, ਤੇ ਇਸ ਮਸਲੇ ਨੂੰ ਸੁਲਝਾਉਣ ਵਿੱਚ ਤੁਸੀਂ ਅਹਿਮ ਭੂਮਿਕਾ ਨਿਭਾ ਸਕਦੇ ਆ ਜੀ। ਹੁਣ ਉਹ ਕੈਪਟਨ ਨੂੰ ਪਤਾ ਨਹੀਂ ਕਿਵੇਂ ਲੱਗਾ ਵੀ ਨੱਡਾ ਸਾਹਿਬ ਜਿਹੜੇ ਆ ਉਹ ਅਹਿਮ ਭੂਮਿਕਾ ਨਿਭਾ ਸਕਦੇ ਆ, ਜਦ ਕਿ ਉਹ ਤਾਂ ਆਪਣੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਕਿਸਾਨਾਂ ਵਾਲੀ ਗੱਲ ਤਾਂ ਕਿਤੇ ਲਿਆਂਦੇ ਹੀ ਨਹੀਂ ਸੀ। ਉਹ ਕਹਿੰਦੇ ਸੀ 117 ਸੀਟਾਂ ਤੇ ਚੋਣ ਲੜਾਂਗੇ ਜੀ। ਤਾਂ ਫਿਰ ਉਹਨਾਂ ਨੂੰ ਤਾਂ ਕਿਸਾਨੀ ਮਸਲੇ ਦਾ ਕੋਈ ਮਤਲਬ ਹੈ ਨਹੀਂ, ਤੇ ਤੁਸੀਂ ਉਹਨਾਂ ਨੂੰ ਕਿਸਾਨੀ ਮਸਲੇ ਦਾ ਵਾਸਤਾ ਪਾ ਕੇ ਕਹਿ ਰਹੇ ਆ ਵੀ ਪੰਜਾਬ ਦੀ ਆਰਥਿਕ ਨਾਕਾਬੰਦੀ ਨਾ ਕਰੋ, ਇੱਥੇ ਨੁਕਸਾਨ ਹੋ ਰਿਹਾ ਬਹੁਤ, ਵੀ ਇਹਨੂੰ ਮਸਲਾ ਹੱਲ ਕਰਾਓ। ਇਹ ਮਸਲਾ ਹੋਣਾ ਹੱਲ ਰੇਲਵੇ ਮੰਤਰੀ ਨੂੰ ਲਿਖਦੇ ਜੀ, ਪੀਯੂਸ਼ ਗੋਇਲ ਨੂੰ ਲਿਖਦੇ ਵੀ ਭਾਈ ਦੱਸੋ, ਤੁਸੀਂ ਸੁਰੱਖਿਆ ਦੀ ਮੰਗ ਕਰ ਰਹੇ ਆ, ਜੇ ਤੁਹਾਨੂੰ ਹਜੇ ਵੀ ਕਿਤੇ ਲੱਗਦੀ ਸੁਰੱਖਿਆ 'ਚ ਕਮੀ, ਅਸੀਂ ਦੇਣ ਨੂੰ ਤਿਆਰ ਆ ਜੀ। ਤੁਸੀਂ ਸਾਨੂੰ ਦੱਸੋ ਤਾਂ ਅਸੀਂ ਕਿਸ ਤਰ੍ਹਾਂ ਦੀ ਸੁਰੱਖਿਆ ਚਾਹੁੰਦੇ ਆ। ਕਿਸਾਨਾਂ ਨੇ ਰੇਲ ਟਰੈਕ ਖਾਲੀ ਕੀਤੇ ਹੋ ਆ, ਸੁਰੱਖਿਆ ਪੱਖੋਂ ਅਸੀਂ ਪੂਰੀ ਪੁਲਿਸ ਤੈਨਾਤ ਕਰ ਦਿੰਦੇ ਆ, ਵੀ ਤੁਸੀਂ ਦੱਸੋ ਕਿਸ ਤਰੀਕੇ ਦੇ ਤੁਸੀਂ ਸੁਰੱਖਿਆ ਚਾਹੁੰਦੇ ਆ। ਜੇ ਨਹੀਂ ਪੀਯੂਸ਼ ਗੋਇਲ ਮੰਨਦਾ ਸੀ ਫਿਰ ਪ੍ਰਧਾਨ ਮੰਤਰੀ ਨੂੰ ਲਿਖਦੇ, ਉਸ ਤੋਂ ਪਹਿਲਾਂ ਗ੍ਰਹਿ ਮੰਤਰੀ ਨੂੰ ਵੀ ਲਿਖ ਸਕਦੇ ਸੀਗੇ ਵੀ ਭਾਈ ਸਾਡਾ ਜਿਹੜਾ ਮਸਲਾ ਹੈ ਸਰਹੱਦੀ ਸਟੇਟ ਆ, ਇਹਨੂੰ ਕਿਸੇ ਤਰੀਕੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰੋ। ਬਹੁਤ ਲੰਬਾ ਸਮਾਂ ਹੋ ਗਿਆ ਹੁਣ, ਉਹਨੂੰ ਵੀ ਨਹੀਂ ਲਿਖਿਆ। ਫਿਰ ਗੱਲ ਆ ਜਾਂਦੀ ਪ੍ਰਧਾਨ ਮੰਤਰੀ ਤੇ, ਪ੍ਰਧਾਨ ਮੰਤਰੀ ਨੂੰ ਵੀ ਲਿਖ ਦਿੰਦੇ ਭਾਈ ਤੁਸੀਂ ਹੀ ਦਖਲ ਦੇ ਦਿਓ, ਕੁਛ ਤਾਂ ਕਰੋ ਸਾਡੇ ਲਈ ਜੀ। ਪਰ ਇਹ ਜਿਹੜਾ ਇੱਕ ਸਟੇਟ ਹੈੱਡ ਦਾ ਕਿਸੇ ਦੇਸ਼ ਦੇ ਹੈੱਡ ਨੂੰ ਲਿਖਣ ਦੀ ਬਜਾਏ ਇੱਕ ਪਾਰਟੀ ਹੈੱਡ ਨੂੰ ਲਿਖਣਾ, ਇਹ ਇੱਕ ਨਵੀਂ ਪਿਰਤ ਪਾਈ ਆ ਕੈਪਟਨ ਸਾਹਿਬ ਨੇ। ਇਹਦਾ ਪਤਾ ਨਹੀਂ ਹੁਣ ਉਸ ਨੱਡਾ ਸਾਹਿਬ ਨੇ ਇਹਨਾਂ ਦਾ ਕੀ ਜਵਾਬ ਦਿੱਤਾ, ਕੀ ਨਹੀਂ ਦਿੱਤਾ, ਉਹ ਹਜੇ ਵਾਚਿਆ ਵੀ ਕਿ ਨਹੀਂ ਵਾਚਿਆ। ਜਿਵੇਂ ਕਿ ਰਾਜਪਾਲ ਹੋਣਾ ਕੋਲ ਜਿਹੜੇ 3 ਬਿੱਲ ਉੱਦਾਂ ਹੀ ਪਏ ਆ, ਜਿਹੜਾ ਕਿ ਮੈਨੂੰ ਪਤਾ ਲੱਗਾ। ਇਸ ਤਰੀਕੇ ਨਾਲ ਲੱਗਦਾ ਪੱਤਰ ਵੀ ਨੱਡਾ ਹੋਣਾ ਦੇ ਕਿਤੇ ਦਫ਼ਤਰ ਹੀ ਪਿਆ ਰਹਿ ਗਿਆ, ਹਜੇ ਉਹਨਾਂ ਦਾ ਕੋਈ ਜਵਾਬ ਛੇਤੀ ਕਿਤੇ ਆਇਆ ਨਹੀਂ। ਪੰਜਾਬ ਦੇ ਵਿੱਚ ਤੇ ਮਸਲਾ ਬਹੁਤ ਗੰਭੀਰ ਬਣਿਆ ਹੋਇਆ ਕਾਫੀ ਦਿਨਾਂ ਤੋਂ, ਮਹੀਨੇ ਹੁਣ ਤਾਂ ਮਹੀਨੇ ਦੇ ਵੀ ਬਜਾਏ ਉੱਪਰੋਂ ਵੀ ਟਾਈਮ ਲੰਘਣ ਲੱਗ ਗਿਆ। ਮੁਲਕ ਦੇ ਕੁਝ ਵਾਕਈ ਹਿੱਸਿਆਂ 'ਚੋਂ ਵੀ ਕਿਤੇ ਨਾ ਕਿਤੇ ਇਹਦੀ ਕੰਸੋਸ ਸੁਣਦੀ ਆ ਕਿ ਉੱਥੇ ਇਹੋ ਜਿਹਾ ਅੰਦੋਲਨ ਜਿਹੜੇ ਆ, ਕਿਸਾਨ ਜਿਹੜੇ ਆ ਦੁਖੀ ਨੇ। ਤੇ ਉਹਦੇ 5 ਤਰੀਕ ਦੀ ਹੁਣ ਫਿਰ ਚਰਚਾ। ਹਾਂਜੀ, ਇਹ ਵੀ ਹੈਗਾ ਵੀ 5 ਤਰੀਕ ਨੂੰ ਇਹਨਾਂ ਨੇ ਜਿਹੜਾ ਦੇਸ਼ ਭਰ 'ਚ ਚੱਕਾ ਜਾਮ ਕਰਨਾ 4 ਘੰਟੇ ਵਾਸਤੇ ਜੀ। ਔਰ ਇਹਦੇ 'ਚ ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਆ ਵੀ ਕਿਸਾਨਾਂ ਨੇ ਲੋਕਾਂ ਨੂੰ ਜੀ ਅਪੀਲ ਕੀਤੀ ਆ, ਬਿਲਕੁਲ ਇੱਕ ਨਰਮ ਲਹਿਜੇ ਦੇ ਵਿੱਚ, ਹੈ ਹੀ ਨਰਮ ਤੋਂ ਸ਼ੁਰੂ ਆਏ ਆ, ਪਰ ਉਹਨਾਂ ਦੀ ਇੱਕ ਅਪੀਲ ਬਹੁਤ ਮਾਇਨੇ ਰੱਖਦੀ ਆ। ਉਹਨਾਂ ਨੇ ਸਾਫ਼ ਕਿਹਾ ਵੀ ਸਾਡਾ ਇਹ ਜਿਹੜਾ ਮਸਲਾ ਆ ਸਾਡਾ ਨਹੀਂ ਹੈ, ਦੇਸ਼ ਦਾ ਮਸਲਾ ਆ, ਤੁਹਾਡਾ ਆਪਣਾ ਮਸਲਾ ਆ ਜੀ। ਤੁਹਾਡੇ ਕਰਕੇ ਇਹ ਤੁਹਾਡੇ ਅਸੀਂ ਲੜ ਰਹੇ ਹਾਂ ਇੰਨੇ ਚਿਰ ਦੇ, ਵੀ ਸਾਡਾ ਸਹਿਯੋਗ ਦਿਓ। ਕਿਰਪਾ ਕਰਕੇ ਤੁਸੀਂ 5 ਤਰੀਕ ਨੂੰ 12 ਤੋਂ ਲੈ ਕੇ ਸ਼ਾਮ 4 ਵਜੇ ਤੱਕ ਜੇ ਸੜਕਾਂ 'ਤੇ ਨਾ ਹੀ ਨਿਕਲਿਓ
ਤਾਂ ਬਹੁਤ ਚੰਗਾ ਹੋਊਗਾ। ਜੀ, ਗੱਲ ਉਹਨਾਂ ਨੇ ਸਪਸ਼ਟ ਕਰਤੀ ਵੀ ਅਸੀਂ ਇਸ ਵਾਰੀ ਥੋੜਾ ਜਿਹਾ ਸਖਤ ਕਰਨਾ ਆ। ਜੇ ਅੱਗੇ ਥੋੜਾ ਜਿਹਾ ਸਖਤ, ਇਦਾਂ ਵੀ ਸਖਤ ਨਹੀਂ ਵੀ ਜਿਸ ਤਰੀਕੇ ਨਾਲ ਆਪਾਂ ਦੇਖਦੇ ਹਾਂ ਵੀ ਭੰਨਤੋੜ ਤੇ ਉਤਰ ਆਉਂਦੇ, ਮੇਰੇ ਖਿਆਲ 'ਚ ਕਿਸਾਨਾਂ ਦੀ ਉਹ ਰਵਾਇਤ ਨਾ ਪਹਿਲਾਂ ਰਹੀ ਆ, ਨਾ ਹੁਣ ਹੈ, ਤੇ ਨਾ ਹੀ ਅੱਗੇ ਰਹੂਗੀ। ਬੜੇ ਸ਼ਾਂਤਮਈ ਤਰੀਕੇ ਨਾਲ ਉਹ ਚੱਲ ਰਿਹਾ ਅੰਦੋਲਨ, ਉੱਦਾਂ ਹੀ ਚਲਾਉਣਗੇ। ਪਰ ਉਹਨਾਂ ਨਾਲ ਅਪੀਲ ਕਰਨ ਦਾ ਮਕਸਦ ਇਹ ਸੀਗਾ ਵੀ ਖੱਜਲ ਖੁਆਰ ਨਾ ਹੋਇਓ, ਮੁੜ ਕੇ ਤੁਸੀਂ ਕਹਿਣਾ ਵੀ ਸਾਨੂੰ ਰਸਤੇ ਵਿੱਚ ਖੱਜਲ ਖੁਆਰ ਹੋਣਾ ਪਿਆ। ਤੇ ਕੋਸ਼ਿਸ਼ ਕਰੋ ਵੀ ਉਹ ਦਿਨ ਤੁਸੀਂ ਘਰਾਂ 'ਚੋਂ ਨਿਕਲਿਓ ਹੀ ਨਾ, 4 ਘੰਟੇ ਤੱਕ ਤਾਂ ਆਪਣਾ ਸਾਡਾ ਸਾਥ ਦਿਓ, ਸਾਡਾ ਸਹਿਯੋਗ ਕਰੋ। ਔਰ ਇਹ ਬਹੁਤ ਵੱਡੀ ਗੱਲ ਇੱਕ ਮਾਇਨੇ ਰੱਖਦੀ ਆ ਜੀ। ਬਹੁਤ ਸੋਹਣੇ ਤਰੀਕੇ ਦਾ ਲਿਖਿਆ ਹੋਇਆ ਮੈਸੇਜ ਉਹ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਦਿਖ ਰਿਹਾ। ਬਿਲਕੁਲ ਜੀ। ਤੇ ਉਸ ਤੋਂ ਪਹਿਲਾਂ ਇਹਨਾਂ ਦਾ ਰਾਸ਼ਟਰਪਤੀ ਕੋਲ ਜਾਣ ਦਾ ਜਿਹੜਾ ਪ੍ਰੋਗਰਾਮ ਆ ਜੀ, ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਬਈ ਉਹ ਕੈਪਟਨ ਹੋਣੇ ਦੀ ਤਾਂ ਉਹ ਗੱਲ ਹੋ ਗਈ ਵੀ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ ਜੀ। ਬਈ ਮੈਨੂੰ ਤਾਂ ਲੱਗਦਾ ਵੀ ਰਾਸ਼ਟਰਪਤੀ ਹੋਣਾ ਨੇ ਹਜੇ ਟਾਈਮ ਹੀ ਨਹੀਂ ਸੀ ਦਿੱਤਾ, ਪਰ ਕੈਪਟਨ ਸਾਹਿਬ ਨੇ ਅਪੀਲ ਜ਼ਰੂਰ ਕਰ ਦਿੱਤੀ ਸੀ 3-4 ਦਿਨ ਪਹਿਲਾਂ ਜੀ ਸਿਆਸੀ ਪਾਰਟੀਆਂ ਨੂੰ, ਬਈ ਸਾਰੇ ਵਿਧਾਇਕ ਤੁਸੀਂ ਸਿਆਸੀ ਲੀਹਾਂ ਤੋਂ ਉੱਪਰ ਉੱਠ ਕੇ ਚੱਲੋ ਵੀ ਆਪਾਂ ਜਾ ਕੇ ਰਾਸ਼ਟਰਪਤੀ ਨੂੰ ਮਿਲਦੇ ਹਾਂ 4 ਤਰੀਕ ਨੂੰ ਜੀ। ਹੁਣ ਗੱਲ ਜਿਹੜੀ ਨਿਕਲ ਕੇ ਸਾਹਮਣੇ ਇਹ ਆਈ ਆ ਵੀ 4 ਤਰੀਕ ਨੂੰ ਤਾਂ ਸਮਾਂ ਹੀ ਨਹੀਂ ਦਿੱਤਾ ਰਾਸ਼ਟਰਪਤੀ ਨੂੰ। ਖੈਰ ਉਹ ਵੀ ਸੰਵਿਧਾਨਕ ਹੈੱਡ ਆ ਰਾਸ਼ਟਰਪਤੀ ਹੁਣੀ, ਤੇ ਇੱਧਰੋਂ ਵੀ ਸੰਵਿਧਾਨ ਦੇ ਚੁਣੇ ਹੋਏ ਪ੍ਰਤੀਨਿਧ ਆ, ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਆ, ਇਹਨਾਂ ਨੂੰ ਸਮਾਂ ਦੇਣਾ ਰਾਸ਼ਟਰਪਤੀ ਦਾ ਵੀ ਬਣਦਾ ਆ। ਖੈਰ ਉਹਨਾਂ ਦੀ ਕੋਈ ਮਜਬੂਰੀ ਹੋਊਗੀ, ਟਾਈਮ ਦਾ ਨਹੀਂ ਹੋਊਗਾ ਸਮਾਂ ਉਹਨਾਂ ਦੇ ਕੋਲ। ਪਰ ਜਦੋਂ ਇਹਨਾਂ ਨੇ ਇਸ ਤਰੀਕੇ ਨਾਲ ਅਪੀਲ ਕਰ ਦਿੱਤੀ 3-4 ਦਿਨ ਪਹਿਲਾਂ, ਤਾਂ ਕੀ ਇਹਨਾਂ ਨੂੰ ਪਤਾ ਨਹੀਂ ਸੀ ਕਿ ਮੈਂ ਅਜੇ ਤੱਕ ਸਮਾਂ ਹੀ ਨਹੀਂ ਮਿਲਿਆ, ਜਾਂ ਕੈਪਟਨ ਨੇ ਸਮਾਂ ਨਹੀਂ ਦਿੱਤਾ, ਰਾਸ਼ਟਰਪਤੀ ਨੇ ਸਮਾਂ ਨਹੀਂ ਦਿੱਤਾ? ਇਹ ਵੀ ਹੋ ਸਕਦਾ ਉਹਨਾਂ ਨੂੰ ਸਮਾਂ ਦੇਣ ਦਾ ਸਮਾਂ ਹੀ ਨਾ ਦਿੱਤਾ ਹੋਵੇ ਅਗਲਿਆਂ ਨੇ। ਨਹੀਂ, ਇਸ ਦੇ ਨਾਲ ਇੱਕ ਹੋਰ ਗੱਲ ਵੀ ਹੋ ਸਕਦੀ ਆ, ਹੋ ਸਕਦਾ ਕੈਪਟਨ ਸਾਹਿਬ ਪਹਿਲਾਂ ਇਹਨਾਂ ਪਾਰਟੀਆਂ ਨੂੰ ਤੋਲਦੇ ਹੋਣ ਜੀ, ਦੇਖੀਏ ਅਸੀਂ ਜਾਂਦਾ ਕੌਣ ਹੈ ਤੇ ਨਹੀਂ ਜਾਂਦਾ ਜੀ। ਪਰ ਜਿਹਦੇ ਵਿੱਚ ਆਪਾਂ ਦੇਖੀਏ ਤਾਂ ਆਪ ਵਾਲਿਆਂ ਨੇ ਸਾਫ਼ ਨਾ ਕਰਤੀ ਸੀਗੀ ਜੀ ਬਈ ਅਸੀਂ ਨਹੀਂ ਤੁਹਾਡੇ ਨਾਲ ਜਾਣਾ ਰਾਸ਼ਟਰਪਤੀ ਕੋਲ, ਇਹ ਤਾਂ ਮੈਚ ਡਰਾਮਾ ਆ ਤੁਹਾਡਾ ਇੱਕ। ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹੀ ਕਿਹਾ ਸੀ ਕਿ ਸਾਨੂੰ ਤੇ ਕੈਪਟਨ ਵੱਲੋਂ ਕੋਈ ਸੱਦਾ ਨਹੀਂ ਆਇਆ, ਨਾ ਹੀ ਸਾਡਾ ਕੋਈ ਪ੍ਰੋਗਰਾਮ। ਉਹਨਾਂ ਦਾ ਸੀਗਾ ਵੀ ਸਾਨੂੰ ਅਜੇ ਤੱਕ ਦੱਸਿਆ ਵੀ ਨਹੀਂ ਕੀ ਪ੍ਰੋਗਰਾਮ ਹੈ, ਕਿੱਦਾਂ ਜਾਣਾ, ਕਦੋਂ ਜਾਣਾ, ਕੁਝ ਨਹੀਂ ਦੱਸਿਆ। ਬਈ ਜੇ ਆਊਗਾ ਸੱਦਾ ਪੱਤਰ ਫਿਰ ਅਸੀਂ ਵਿਚਾਰ ਕਰਾਂਗੇ। ਪਰ ਜਿਹੜੇ ਦੂਜੇ ਪਾਸੇ ਆ ਲੋਕ ਇਨਸਾਫ ਪਾਰਟੀ ਦੇ ਸੀ ਜਿਹੜੇ ਬੈਂਸ ਭਰਾ ਆ, ਉਹਨਾਂ ਨੇ ਤਾਂ ਕਹਿਤਾ ਸੀਗਾ ਵੀ ਅਸੀਂ ਨਾਲ ਜਾਵਾਂਗੇ। ਮੈਨੂੰ ਲੱਗਦਾ ਵੀ ਕੈਪਟਨ ਸਾਹਿਬ ਨੇ ਜਿਹੜਾ 3-4 ਦਿਨ ਪਹਿਲਾਂ ਹੀ ਕਹਿਤਾ ਨਾ ਵੀ ਰਾਸ਼ਟਰਪਤੀ ਮਿਲਣ ਜਾਣਾ ਬਿਨਾਂ ਸੱਦੇ ਪੱਤਰ ਦੇ, ਹੋ ਸਕਦਾ ਉਹਨੇ ਪਰ ਤੋਲਦੇ ਹੋਣੇ ਆ ਵੀ ਦੇਖੀਏ ਕਿੰਨੇ ਕੁ ਵਿਧਾਇਕ ਜਾਂਦੇ ਆ, ਕਿੰਨੇ ਕੁ ਨਹੀਂ ਜਾਣੇ ਆ। ਫਿਰ ਇੱਕ ਗੱਲ ਹੋਰ ਵੀ ਆਈ ਸੀ, ਕਾਂਗਰਸੀ ਵਿਧਾਇਕ ਜਿਹੜੇ ਸਾਡੇ ਪੰਜਾਬ ਦੇ ਸਾਰੇ ਆ, ਉਹਨਾਂ ਨੇ ਸਾਫ਼ ਕਹਿਤਾ ਸੀਗਾ ਵੀ ਜੇ ਨਹੀਂ ਵੀ ਕੋਈ ਜਾਊਗਾ ਤਾਂ ਅਸੀਂ ਚਲੇ ਜਾਵਾਂਗੇ। ਔਰ ਇਹ 'ਚ ਕੋਈ ਸ਼ੱਕ ਨਹੀਂ, ਉਹ ਪਿਛਲੇ 1-2 ਦਿਨ 'ਚ ਪਹਿਲਾਂ ਹੀ ਦਿੱਲੀ ਦੇ ਵਿੱਚ ਲਾਮਬੰਦੀ ਕਰਨ ਦੇ ਵਿੱਚ ਰੁੱਝੇ ਹੋਏ ਹਨ, ਜੋ ਮੇਰੇ ਤੱਕ ਜਾਣਕਾਰੀ ਮੈਨੂੰ ਮਿਲੀ ਆ ਜੀ। ਲਾਮਬੰਦੀ ਇਸ ਕਰਕੇ ਕਰ ਰਹੇ ਆ ਵੀ ਪਹਿਲਾਂ ਸ਼ਾਇਦ ਸਾਡੀ ਸੰਸਦ ਮੈਂਬਰਾਂ ਨਾਲ ਗੱਲ ਹੋ ਜਾਏ, ਕਿਸੇ ਮਿਨਿਸਟਰਾਂ ਨਾਲ ਗੱਲ ਹੋ ਜਾਏ, ਫਿਰ ਹੋ ਸਕਦਾ ਗ੍ਰਹਿ ਮੰਤਰਾਲੇ ਤੱਕ ਸਾਡੀ ਗੱਲ ਹੋ ਜਾਏ ਵੀ ਅਸੀਂ ਆਪਣਾ ਜਿਹੜਾ ਪੰਜਾਬ ਦਾ ਮਸਲਾ ਪੁੱਟ ਕਰ ਸਕੀਏ ਵੀ ਇਹ ਜਿਹੜਾ ਮਸਲਾ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਪਰ ਮੈਨੂੰ ਹੋਰ ਵੀ ਪਤਾ ਲੱਗਾ, ਜਾਣਕਾਰੀ ਇਹ ਮਿਲੀ ਆ ਵੀ ਜਿਹੜੇ ਵਜ਼ੀਰ ਆ ਸੈਂਟਰ ਦੇ, ਉਹਨਾਂ ਨੇ ਵੀ ਪੰਜਾਬ ਦੇ ਸੰਸਦ ਮੈਂਬਰਾਂ ਤੱਕ ਵੀ ਉਹਨਾਂ ਨੂੰ ਵੀ ਮਿਲਣ ਤੱਕ ਦਾ ਆਪਣਾ ਪਾਸਾ ਵਟਣਾ ਸ਼ੁਰੂ ਕਰ ਦਿੱਤਾ ਆ ਵੀ ਅਸੀਂ ਇਹਨਾਂ ਨੂੰ ਨਾ ਹੀ ਮਿਲਿਆ ਜਾਵੇ। ਸੋ ਕਹਿਣ ਤੋਂ ਭਾਵ ਆ ਵੀ ਅਸੀਂ ਟਸਲ ਉੱਥੇ ਹੀ ਹੈ। ਹੁਣ ਰਾਸ਼ਟਰਪਤੀ ਦਾ ਜਿਹੜਾ ਇਨਕਾਰ ਕਰਨਾ ਪਿਆ ਜੇ ਮੇਰੇ ਕੋਲ ਸਮਾਂ ਨਹੀਂ, ਤੇ ਦੂਜਾ ਇਹਨਾਂ ਨੂੰ ਜਿਹੜਾ ਕੇਂਦਰ ਦੀ ਵਜ਼ੀਰਾਂ ਵੱਲੋਂ ਨਾ ਮਿਲਣਾ, ਇਹ ਆਪਣੇ ਆਪ 'ਚ ਲੱਗਦਾ ਵੀ ਇਹ ਟਕਰਾਅ ਜਿਹੜਾ ਆਉਂਦੇ ਦਿਨਾਂ ਦੇ ਵਿੱਚ ਘਟਣ ਦੀ ਸੰਭਾਵਨਾ ਘੱਟ ਲੱਗਦੀ ਆ ਜੀ। ਕਿਉਂਕਿ ਦੁਬਾਰਾ ਫਿਰ ਉਹਨਾਂ ਨੇ ਇੱਕ ਵਾਰੀ ਕਹਿ ਕੇ ਮੁੜ ਕੇ ਮੁੱਕਰ ਗਏ ਸੀਗੇ ਵੀ ਨਹੀਂ ਵੀ ਰੇਲਾਂ ਤਾਂ ਅਜੇ ਕੋਈ ਨਹੀਂ ਚਲਾਈਆਂ, ਐਵੇਂ ਮੀਡੀਆ 'ਚ ਖਬਰਾਂ ਆ ਗਈਆਂ ਵੀ ਹਜੇ ਰੇਲ ਕੋਈ ਨਹੀਂ ਚਲਾਈ। ਉਹਦੇ ਵਿੱਚ ਕੈਪਟਨ ਸਾਹਿਬ ਦਾ ਵੀ ਕਹਿਣਾ ਇਹ ਸੀਗਾ ਵੀ ਦੇਖੋ ਕੱਲਾ ਪੰਜਾਬ ਨੂੰ ਨਾ ਦੇਖੋ, ਇਹਦੇ ਵਿੱਚ ਦੀ ਲੰਘ ਕੇ ਜੰਮੂ ਕਸ਼ਮੀਰ ਨੂੰ ਵੀ ਜਾਂਦਾ ਰਸਤਾ, ਲੱਦਾਖ ਨੂੰ ਵੀ ਜਾਂਦਾ। ਜਿੱਥੇ ਸਰਦੀਆਂ ਆਉਣ ਵਾਲੀਆਂ ਮੋਹਰੇ, ਉੱਥੇ ਸਾਡੇ ਜਿਹੜੇ ਸਰਹੱਦ 'ਤੇ ਜਵਾਨ ਬੈਠੇ ਆ, ਉਹਨਾਂ ਲਈ ਬਹੁਤ ਜ਼ਰੂਰੀ ਸਮਾਨ ਉੱਥੇ ਜ਼ਰੂਰੀ ਲੋੜ ਆ ਉਹਨਾਂ ਦੀ। ਤੇ ਜੇ ਉਹਨਾਂ ਨੂੰ ਸਰਦੀਆਂ ਤੋਂ ਰਹਿੰਦੇ ਪਹਿਲਾਂ ਉੱਥੇ ਸਮਾਨ ਨਾ ਪਹੁੰਚਾਇਆ ਤਾਂ ਮੁੜ ਕੇ ਸਰਦੀਆਂ ਆ ਜਾਣੀਆਂ ਤੇ ਉਹਨਾਂ ਲਈ ਬਹੁਤ ਔਖਾ ਹੋ ਜਾਣਾ। ਉਹਨਾਂ ਦੀ ਗੱਲ ਦੇ ਵਿੱਚ ਵੀ ਤਰਕ ਲੱਗਦਾ ਸੀਗਾ, ਕਿਉਂਕਿ ਸਮਾਨ ਤਾਂ ਸਾਰਾ ਇਸੇ ਰਸਤੇ ਜਾਣਾ ਤੇ ਉੱਥੇ ਲੋੜ ਵੀ ਬਹੁਤ ਆ। ਜਿਸ ਤਰੀਕੇ ਨਾਲ ਸਾਡਾ ਸਰਹੱਦ 'ਤੇ ਟਕਰਾਅ ਚੱਲ ਰਿਹਾ ਚੀਨ ਨਾਲ, ਪਾਕਿਸਤਾਨ ਨਾਲ, ਤੇ ਉੱਥੇ ਸਰਹੱਦਾਂ ਦੇ ਵਿੱਚ ਜਵਾਨਾਂ ਲਈ ਤਾਂ ਜ਼ਰੂਰੀ ਕੰਮ ਇਹ ਜਿਹੜਾ ਸਾਜੋ ਸਮਾਨ ਪਹੁੰਚਾਉਣਾ ਬਹੁਤ ਜ਼ਰੂਰੀ ਆ ਜੀ। ਸ਼ੇਰਗਿੱਲ ਸਾਹਿਬ, ਇਸੇ ਸਪਲਾਈ ਦੀ ਜਿਹੜੀ ਰੇਲ ਗੱਡੀਆਂ ਦੀ ਬੰਦ ਆ, ਉਹਦੇ ਵਿੱਚ ਹੀ ਕਿਸਾਨ ਸੰਗਠਨਾਂ ਨੇ ਵੀ ਕੋਈ ਕੇਂਦਰ ਸਰਕਾਰ ਨਾਲ ਗੱਲ ਕੀਤੀ ਹੈ ਜੀ। ਇੱਕ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਗਰੁੱਪ ਆ, ਜਿਨ੍ਹਾਂ ਨੇ ਸੂਬਾ ਪੱਧਰੀ ਮੀਟਿੰਗ ਕਰਕੇ ਕਿਹਾ ਸੀਗਾ ਕਿ ਜੇ ਕੇਂਦਰ ਨਹੀਂ ਮੰਨਦਾ ਪੰਜਾਬ ਲਈ ਮਾਲ ਗੱਡੀਆਂ ਚਲਾਉਣ ਨੂੰ, ਤਾਂ ਫਿਰ ਅਸੀਂ ਵੀ ਆਪਣੀ ਆਈ 'ਤੇ ਉਤਰ ਆਵਾਂਗੇ ਵੀ ਜਿਹੜਾ ਦਿੱਲੀ ਨੂੰ ਸਮਾਨ ਜਾਂਦਾ, ਦੁੱਧ ਜਾਂਦਾ, ਸਬਜ਼ੀਆਂ ਜਾਂਦੀਆਂ, ਹਰਾ ਚਾਰਾ ਜਾਂਦਾ, ਬਈ ਉਹ ਸਾਨੂੰ ਬੰਦ ਕਰਨੀਆਂ ਪੈਣਗੀਆਂ ਜੀ। ਗੱਲ ਉੱਥੇ ਆ ਗਈ। ਮੈਂ ਤੁਹਾਨੂੰ ਜਿਹੜੇ ਪਹਿਲਾਂ ਕਿਹਾ ਵੀ ਇਹ ਟਕਰਾਅ ਕਿਤੇ ਘੱਟ ਹੁੰਦਾ ਨਜ਼ਰ ਆਉਂਦਾ ਨਹੀਂ ਹੈ, ਵੱਧਦਾ ਹੀ ਜਾ ਰਿਹਾ। ਜੇ ਇਹਨੂੰ ਹੋਰ ਸੰਜੀਦਗੀ ਨਾਲ ਨਹੀਂ ਲਿਆ ਸੈਂਟਰ ਨੇ, ਤੇ ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਥੋੜ੍ਹਾ ਜਿਹਾ ਹੋਰ ਮਸਲਾ ਇਹ ਗੰਭੀਰ ਬਣ ਜਾਏ ਜਿੱਥੋਂ ਤੱਕ ਹੁਣ ਬਣਿਆ ਹੋਇਆ ਆ। ਪਰ ਉਹਨਾਂ ਦਾ ਜਿਹੜਾ ਕਿਸਾਨਾਂ ਦੀ ਇੱਕ ਚੇਤਾਵਨੀ ਦੇਣਾ
ਬਈ ਜੇ ਤੁਸੀਂ ਇੱਧਰ ਪੰਜਾਬ ਨੂੰ ਆਰਥਿਕ ਨਾਕਾਬੰਦੀ ਨਹੀਂ ਤੋੜਦੇ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਡੇ ਦਿੱਲੀ ਵੱਲ ਨੂੰ ਜਾਂਦੀ ਜਿਹੜੀ ਸਪਲਾਈ ਆ ਉਹ ਪੂਰੀ ਬੰਦ ਕਰ ਦਾਂਗੇ, ਫਿਰ ਤੁਸੀਂ ਕਿੱਥੋਂ ਮੰਗਾਵਾਂਗੇ ਜੀ। ਇਹਦੇ ਨਾਲ ਮੈਂ ਹੋਰ ਜੋੜ ਦਿੰਦਾ ਪਏ ਭਾਰਤੀ ਕਿਸਾਨਾਂ ਜਥੇਬੰਦੀਆਂ ਦੀ ਜਿਹੜੀ ਆ ਉਹਨਾਂ ਦੀ ਇੱਕ ਕੋਰ ਕਮੇਟੀ ਦੀ ਮੀਟਿੰਗ ਵੀ ਹੋਈ ਆ ਜੀ, ਜਿਹਦੇ ਵਿੱਚ ਵੀ ਉਹਨਾਂ ਨੇ ਇਹ ਫੈਸਲਾ ਕੀਤਾ ਬਈ ਸਟੇਟ ਤੇ ਨੈਸ਼ਨਲ ਹਾਈਵੇਆਂ ਤੇ ਧਰਨੇ ਜਾਰੀ ਰਹਿਣਗੇ ਜੀ। ਔਰ ਉਹਦੇ ਨਾਲ ਇੱਕ ਹੋਰ ਫੈਸਲਾ ਉਹਨਾਂ ਨੇ ਕੀਤਾ ਹੈ ਜਿਹੜਾ 5 ਨੂੰ ਚੱਕਾ ਜਾਮ ਹੋਣਾ ਦੇਸ਼ ਭਰ 'ਚ, ਉਸ ਚੱਕਾ ਜਾਮ ਨੂੰ ਸਫਲ ਬਣਾਉਣ ਲਈ ਉਹਦੇ ਲਈ ਲਾਮਬੰਦੀ ਕਰਨ ਲਈ ਉਹਨਾਂ ਨੇ 67 ਟੀਮਾਂ ਗਠਿਤ ਕੀਤੀਆਂ ਜੀ, ਜਿਹੜੀਆਂ ਕਿ ਮਾਲ ਵਿੱਚ ਜਾਣਗੀਆਂ, ਸਟੇਸ਼ਨਾਂ ਤੇ ਜਾਣਗੀਆਂ, ਬੱਸ ਅੱਡਿਆਂ ਤੇ ਹੋਰ ਵੱਡੇ ਵੱਡੇ ਟਿਕਾਣਿਆਂ ਤੇ ਜਾ ਕੇ ਬੰਦ ਚੱਕਾ ਜਾਮ ਨੂੰ ਸਫਲ ਕਰਨ ਦੇ ਵਿੱਚ ਸਹਿਯੋਗ ਕਰਨਗੀਆਂ। ਇਹ ਉਹਨਾਂ ਦਾ ਇੱਕ ਰਣਨੀਤੀ ਤਿਆਰ ਕੀਤੀ ਕਿਸਾਨਾਂ ਨੇ ਤਾਂ ਕਿ ਜਿਹੜਾ ਸਾਡਾ ਆ ਕੇਂਦਰ ਤੇ ਦਬਾਅ ਹੋਰ ਬਣ ਸਕੇ। ਜਦੋਂ ਇਹ ਦੇਸ਼ ਪੱਧਰ ਤੇ ਫੈਲੂਗਾ, ਦੇਸ਼ ਪੱਧਰ ਦਾ ਅੰਦੋਲਨ ਸਫਲ ਹੁੰਦਾ ਨਹੀਂ ਹੁੰਦਾ ਉਹ 5 ਤੋਂ ਬਾਅਦ ਪਤਾ ਲੱਗੂਗਾ, ਪਰ ਉਹਨਾਂ ਦੀ ਕੋਸ਼ਿਸ਼ ਆ ਵੀ ਇਹਨੂੰ ਅਸੀਂ ਸਫਲ ਕਰਕੇ ਕੇਂਦਰ ਤੇ ਹੋਰ ਦਬਾਅ ਬਣਾਇਆ ਜਾਵੇ। ਔਰ ਨਾਲ ਹੀ ਉਹਨੇ ਸਪਸ਼ਟ ਕਰਤਾ ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਲੈਂਦਾ ਕੇਂਦਰ, ਕਿਸਾਨ ਚੁੱਪ ਨਹੀਂ ਬੈਠਣਗੇ। ਕਿਸਾਨਾਂ ਦੀ ਗੱਲ ਜਦੋਂ ਵੀ ਅਸੀਂ ਕਰਦੇ ਹਾਂ ਤੇ ਉਹਨਾਂ ਦੇ ਕੋਲ ਤੇ ਕੋਈ ਹੱਲ ਹੀ ਨਹੀਂ ਹੈਗਾ ਸੰਘਰਸ਼ ਰਹਿਣ ਦੇ ਵਿੱਚ। ਬਿਲਕੁਲ ਜੀ, ਉਹ ਬਿਲਕੁਲ। ਸਿਰਫ ਔਰ ਸਿਰਫ ਆਪਣੀ ਗੱਲ ਵਿਰੋਧ ਨਾਲ ਕਹਿਣਗੇ ਜਾਂ ਆਪਣੀ ਗੱਲ ਜਿਸ ਵੀ ਤਰੀਕੇ ਨਾਲ ਉਹ ਕੇਂਦਰ ਨੂੰ ਦੱਸ ਸਕਦੇ ਹੋ ਉਹ ਦੱਸਦੇ ਰਹਿਣਗੇ ਜਦ ਤੱਕ ਉਹਦਾ ਕੋਈ ਹੱਲ ਨਹੀਂ ਨਿਕਲਦਾ। ਬਿਲਕੁਲ ਜੀ। ਲਈਏ ਜੀ ਇੱਕ ਫਿਰ ਬ੍ਰੇਕ। ਜੀ ਬਿਲਕੁਲ। ਮਿਲਦੇ ਹਾਂ ਜੀ ਇਸੇ ਪ੍ਰੋਗਰਾਮ ਵਿੱਚ ਇੱਕ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰ ਫਿਰ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਅਸੀਂ ਗੱਲ ਕਰਦੇ ਸੀ ਸ਼ੇਰਗਿੱਲ ਸਾਹਿਬ ਪੰਜਾਬ ਤੇ ਉਹਦੇ ਟਕਰਾਵ ਦੀ ਜੀ, ਕੇਂਦਰ ਨਾਲ ਪੰਜਾਬ ਦੇ ਟਕਰਾਅ ਦੀ ਜਾਂ ਕਿਸਾਨ ਅੰਦੋਲਨ ਦੀ। ਅਸੀਂ ਉਹਨੂੰ ਬਹੁਤ ਦਿਨਾਂ ਤੋਂ ਪੰਜਾਬ ਦਾ ਅੰਦੋਲਨ ਹੀ ਕਹਿੰਦੇ ਆ, ਜਦ ਕਿ ਉਹ ਹੁਣ ਸਾਰੇ ਹੀ ਦੇਸ਼ ਦੇ ਕਿਸਾਨਾਂ ਦੀ ਗੱਲ ਆ। ਬਿਲਕੁਲ ਜੀ। ਤੇ ਇੱਥੇ ਇੱਕ ਹੋਰ ਬਹੁਤ ਅਜੀਬੋ-ਗਰੀਬ ਬਿਆਨ ਆਉਂਦੇ ਆ ਕਈ ਵਾਰ। ਅਜੀਬੋ-ਗਰੀਬ ਹੀ ਆਪਾਂ ਉਹਨੂੰ ਕਹਾਂਗੇ ਕਿ ਜਿਹੜੇ ਸਮੇਂ ਦੀ ਸੁਹਿਰਦਤਾ ਨੂੰ ਪਛਾਣਦੇ ਨਹੀਂ ਲੀਡਰ। ਕੈਪਟਨ ਸਾਹਿਬ ਤੇ ਚਿੱਠੀ ਲਿਖ ਰਹੇ ਨੇ ਜੇਪੀ ਨੱਡਾ ਜੀ ਨੂੰ, ਜਿਹੜੇ ਕੌਮੀ ਪ੍ਰਧਾਨ ਨੇ ਭਾਜਪਾ ਦੇ, ਤੇ ਜਿਹੜੇ ਪੰਜਾਬ ਦੇ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਨੇ ਕੀ ਕਿਹਾ ਜੀ? ਉਹਨਾਂ ਨੇ ਤਾਂ ਸਾਫ਼ ਮੁੱਖ ਮੰਤਰੀ ਤੇ ਇਲਜ਼ਾਮ ਲਾਤਾ ਜੀ ਬਈ ਇਹ ਮਸਲਾ ਸੁਲਝਾਉਣ ਲਈ ਇਹ ਆਪ ਸ਼ਹਿ ਦੇ ਰਿਹਾ, ਕਿਸਾਨਾਂ ਨੂੰ ਉਕਸਾ ਰਿਹਾ ਜੀ ਵੀ ਇਹਨਾਂ ਦੀ ਜਿਹੜੀ ਮਸਲੇ ਸੁਲਝਾਉਣ ਦੀ ਨੀਅਤ ਠੀਕ ਨਹੀਂ। ਭਾਜਪਾ ਪ੍ਰਧਾਨ ਦਾ, ਪੰਜਾਬ ਦਾ ਇਹੋ ਜਿਹੇ ਮੁੱਖ ਮੰਤਰੀ ਤੇ ਇਲਜ਼ਾਮ ਲਾਉਣਾ ਇਹ ਬਹੁਤ ਗੰਭੀਰ ਮਸਲਾ ਬਣ ਜਾਂਦਾ ਆ ਜੀ, ਕਿਉਂਕਿ ਮੁੱਖ ਮੰਤਰੀ ਜੇ ਦੇਖਿਆ ਜਾਵੇ ਤਾਂ ਕਿਸਾਨਾਂ ਦੇ ਨਾਲ ਖੜੇ ਆ। ਕਿਸਾਨਾਂ ਦੇ ਨਾਲ ਇਸ ਕਰਕੇ ਖੜੇ ਆ ਕਿਉਂਕਿ ਉਹਨਾਂ ਦੀਆਂ ਮੰਗਾਂ, ਉਹਨਾਂ ਦੇ ਜਿਹੜੇ ਬਿੱਲ ਜਿਹੜੇ ਬਣੇ ਸੀ ਉਹ ਉਹਨਾਂ ਨੂੰ ਮਾਰੂ ਸਾਬਤ ਹੋਏ ਆ, ਇਸ ਕਰਕੇ ਖੜੇ ਆ। ਉਹਨਾਂ ਨੇ ਵਿਧਾਨ ਸਭਾ 'ਚ ਬਿੱਲ ਵੀ ਪਾਸ ਕੀਤੇ ਜਿਹੜੇ ਅਜੇ ਪੈਂਡਿੰਗ ਆ, ਜਿਹਦੇ ਕਰਕੇ ਆਪਾਂ ਗੱਲ ਕੀਤੀ ਵੀ ਰਾਸ਼ਟਰਪਤੀ ਨੂੰ ਮਿਲਣ ਦਾ ਵਿਚਾਰ ਰੱਖਿਆ ਇਹਨਾਂ ਨੇ ਜੀ। ਪਰ ਭਾਜਪਾ ਵਾਲੇ ਸ਼ੁਰੂ ਤੋਂ ਹੀ ਇਹੋ ਜਿਹੇ ਇਲਜ਼ਾਮ ਲਾਉਂਦੇ ਆਏ ਆ। ਮੈਂ ਪਿਛਲੀ ਵਾਰੀ ਵੀ ਕਿਹਾ ਸੀ ਵੀ ਜਿਹੜੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਹੋਣੀ, ਉਹਨਾਂ ਨੇ ਤਾਂ ਸ਼ਹਿਰੀ ਨਕਸਲੀ ਤੱਕ ਕਹਿਤਾ ਸੀ ਜੀ। ਇਹ ਬਹੁਤ ਵੱਡੀ ਔਰ ਗੰਭੀਰ ਗੱਲ ਆ। ਇਹਨੂੰ ਮੁੱਖ ਮੰਤਰੀ ਹੋਣਾ ਨੇ ਵੀ ਰੱਦ ਕਰਦਿਆਂ ਕਿਹਾ ਸੀਗਾ ਵੀ ਇਹੋ ਜਿਹੇ ਇਲਜ਼ਾਮ ਜਿਹੜੇ ਆ, ਇਹੋ ਜਿਹੇ ਦੋਸ਼ ਆ ਜਿਹੜੇ ਉਹ ਕਿਸਾਨਾਂ ਨੂੰ ਹੋਰ ਭੜਕਾ ਰਹੇ ਆ ਜੀ। ਬਈ ਇਹਦੇ ਵਿੱਚ ਵੀ ਉਹਨਾਂ ਨੇ ਨੱਡਾ ਸਾਹਿਬ ਨੂੰ ਵੀ ਇਹ ਗੱਲ ਕੀਤੀ ਆ ਬਈ ਆਪਦੇ ਜਿਹੜੇ ਭਾਜਪਾ ਦੇ ਜਿਹੜੇ ਆਗੂ ਆ ਉਹ ਇਹੋ ਜਿਹੇ ਬਿਆਨ ਦੇ ਰਹੇ ਆ ਜਿਹਦੇ ਨਾਲ ਇਹ ਮਸਲਾ ਸ਼ਾਂਤ ਹੋਣ ਦੀ ਬਜਾਏ, ਸੁਲਝਣ ਦੀ ਬਜਾਏ ਹੋਰ ਵਿਗੜ ਸਕਦਾ ਆ। ਵੀ ਉਹਨਾਂ ਨੂੰ ਥੋੜਾ ਜਿਹਾ ਨਕੇਲ, ਉਹਨਾਂ ਦੀ ਲਗਾਮ ਕੱਸ ਕੇ ਰੱਖੋ ਜੀ। ਇਹਦੇ ਨਾਲ ਹੀ ਮੈਂ ਇੱਕ ਹੋਰ ਦੱਸ ਦਵਾਂ, ਜਦੋਂ ਇਹ ਭਾਜਪਾ ਦੇ ਪ੍ਰਧਾਨ ਦੀ ਇਹ ਗੱਲ ਆਈ ਆ ਤੇ ਬੀਤੇ ਦਿਨੀ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਬੜੇ ਲੰਮੀ ਹੱਥੇ ਲਿਆ ਅਸ਼ਵਨੀ ਸ਼ਰਮਾ ਉਹਨਾਂ ਨੂੰ ਜੀ। ਉਹਨਾਂ ਦਾ ਕਹਿਣਾ ਸੀਗਾ ਵੀ ਜੇ ਮੰਨ ਲਓ ਪੰਜਾਬ ਸਰਕਾਰ ਕਿਸਾਨਾਂ ਦੀ ਹਮਾਇਤ ਕਰ ਰਹੀ ਆ ਤੇ ਉਹ ਕਿਸੇ ਮਸਲੇ ਦੇ ਕਿਸੇ ਜਾਇਜ਼ ਮੰਗ ਨੂੰ ਲੈ ਕੇ ਜਾਂ ਜਿਹੜੇ ਬਿੱਲ ਮਾਰੂ ਬਣਾਏ ਆ ਉਹ ਪੰਜਾਬ ਤੇ ਹੀ ਅਸਰ ਪਾਉਣਗੇ, ਇਸ ਕਰਕੇ ਕਰ ਰਹੀ ਆ। ਤੇ ਉਹਨਾਂ ਨਾਲ ਸਵਾਲ ਕੀਤਾ ਅਸ਼ਵਨੀ ਸ਼ਰਮਾ ਨੂੰ ਵੀ ਜਿਹੜੇ ਇੰਨੇ ਦਿਨਾਂ ਦੇ ਵਿੱਚ ਤੁਹਾਡੇ ਆਗੂ ਜਿਹੜੇ ਅਸਤੀਫੇ ਦੇ ਰਹੇ ਆ ਤੇ ਉਹਨਾਂ ਨੂੰ ਕੌਣ ਭੜਕਾ ਰਿਹਾ ਜੀ। ਇਹਦਾ ਜਵਾਬ ਹੈ ਕਿਸੇ ਕੋਲ, ਪਰ ਨਹੀਂ ਹੋਣਾ। ਜੇ ਇਹ ਗੱਲ ਆ ਤਾਂ ਫਿਰ ਜਿਹੜੇ ਭਾਜਪਾ ਦੇ ਤੁਹਾਡੇ ਕਦੇ ਕਿਸਾਨ ਸੈੱਲ ਦਾ ਮੋਰਚੇ ਦਾ ਪ੍ਰਧਾਨ ਆ, ਕਦੇ ਜਨਰਲ ਸਕੱਤਰ ਆ, ਕਦੇ ਕੌਮੀ ਜਨਰਲ ਸਕੱਤਰ ਆ, ਕਦੇ ਜ਼ਿਲ੍ਹੇ ਦਾ ਪ੍ਰਧਾਨ ਆ, ਕਦੇ ਕਿੰਨੇ ਅਸਤੀਫੇ ਦੇ ਚੁੱਕੇ ਇਹਨਾਂ ਦਿਨਾਂ ਦੇ ਵਿੱਚ ਇਸੇ ਖੇਤੀ ਕਾਨੂੰਨਾਂ ਨੂੰ ਲੈ ਕੇ ਬਈ ਬੀਜੇਪੀ ਜਿਹੜੀ ਆ ਉਹ ਕਿਸਾਨ ਮਸਲੇ ਨੂੰ ਲੈ ਕੇ ਸੁਹਿਰਦ ਨਹੀਂ ਆ, ਇਹ ਮਸਲਾ ਵਿਗਾੜ ਰਹੀ ਆ। ਤੇ ਜੇ ਇਹ ਕੰਮ ਆ ਤੁਸੀਂ ਕਹਿੰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਸ਼ਹਿ ਦੇ ਰਹੀ ਆ ਤੇ ਉਹਨਾਂ ਨੂੰ ਕਹਿੰਦੇ ਸ਼ਹਿ ਦਿੱਤੀ ਜੀ। ਸੋ ਉਹਨਾਂ ਨੇ ਵੀ ਕੈਬਨਿਟ ਮੰਤਰੀਆਂ ਨੇ ਵੀ ਕੱਲ ਇੱਕ ਮਤਾ ਪਾਸ ਕਰਕੇ ਉਹਨਾਂ ਨੂੰ ਇਹ ਜਵਾਬ ਦਿੱਤਾ ਬਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਿਹੜੀ ਇਹ ਮਾਹੌਲ ਖਰਾਬ ਕਰਨ ਵਾਲੀ ਆ, ਇਹਨੂੰ ਜਿੱਥੋਂ ਤੱਕ ਹੋ ਸਕਦੇ ਨਕੇਲ ਪਾਉਣੀ ਚਾਹੀਦੀ ਆ, ਜ਼ਬਾਨ ਨੂੰ ਲਗਾਮ ਦੇਣੀ ਚਾਹੀਦੀ ਆ, ਇਹ ਮਸਲੇ ਨੂੰ ਸੁਲਝਾਉਣ ਵੱਲ ਨੂੰ ਤੁਰਿਆ ਜਾਣਾ ਚਾਹੀਦਾ, ਨਾ ਕਿ ਇਹਦਾ ਬਿਆਨਬਾਜ਼ੀ ਕਰਕੇ ਸਿਆਸਤ ਕਰਨੀ ਚਾਹੀਦੀ ਆ। ਜੇ ਉਧਰ ਦੂਜਾ ਪਾਸੇ ਦੇਖਿਆ ਜਾਵੇ ਤਾਂ ਉਹ ਸਿਆਸੀ ਪਾਰਟੀ ਜਿਹੜੀ ਵਿਰੋਧੀ ਆ ਉਹ ਵੀ ਤਾਂ ਹੁਣ ਸ਼ਰੇਆਮ ਕੈਪਟਨ ਸਾਹਿਬ ਦੇ ਜਿਹੜੇ ਆ ਬਿੱਲ ਪਾਸ ਕੀਤੇ ਨੂੰ ਡਰਾਮਾ ਹੀ ਦੱਸ ਰਹੀ ਆ ਜੀ। ਜਦ ਕਿ ਸਰਬਸੰਮਤੀ ਅੰਦਰ ਕੀਤੀ, ਬਾਹਰ ਰਾਜਪਾਲ ਨੂੰ ਮਿਲੇ ਤਾਂ ਉੱਥੇ ਜਾ ਕੇ ਇਕੱਠੇ ਸੀਗੇ। ਹੁਣ ਡਰਾਮਾ ਵਾਲੀ ਗੱਲ ਕਿੱਥੋਂ ਆ ਗਈ ਇਹ ਤਾਂ ਮੈਨੂੰ ਸਮਝ ਨਹੀਂ ਲੱਗੀ। ਜਾਂ ਤਾਂ ਉਦੋਂ ਹੀ ਉਹਨਾਂ ਨੂੰ ਵਿਰੋਧ ਕਰਦੇ ਬਈ ਅਸੀਂ ਨਹੀਂ ਤੇਰਾ ਸਾਥ ਦੇਣਾ ਇਸ ਗੱਲ 'ਚ, ਉਦੋਂ ਕਿਉਂ ਨਾਲ ਸਾਥ ਖੜੇ ਹੋਏ ਫਿਰ?
ਰਾਜਪਾਲ ਦੇ ਨਾਲ ਕਿਉਂ ਗਏ ਆ, ਹੁਣ ਤੁਹਾਨੂੰ ਡਰਾਮਾ ਲੱਗਦਾ, ਪਹਿਲੇ ਦਿਨ ਕਿਉਂ ਨਹੀਂ ਡਰਾਮਾ ਲੱਗਿਆ। ਸੋ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਆਪੋ ਆਪਣੇ ਸਿਆਸੀ ਮੁਫਾਦ ਨੂੰ ਹੀ ਮੋਹਰੇ ਰੱਖਿਆ ਹੋਇਆ ਹੈ। ਹਜੇ ਕਿਸਾਨੀ ਹਿੱਤ ਨੂੰ ਇਹਨਾਂ ਨੇ ਮੋਹਰੇ ਲਿਆਂਦਾ ਹੀ ਨਹੀਂ, ਜਿੱਥੋਂ ਤੱਕ ਮੈਨੂੰ ਲੱਗਦਾ ਹੈ। ਜੇ ਕਿਸਾਨੀ ਹਿੱਤ ਨੂੰ ਲਿਆਂਦਾ ਹੁੰਦਾ ਤਾਂ ਇੰਨਾ ਲੰਮਾ ਸਮਾਂ ਇੰਨਾ ਲੰਮਾ ਨਹੀਂ ਸੀ ਖਿੱਚਿਆ ਜਾਣਾ ਇਹ ਅੰਦੋਲਨ ਜੀ। ਤੇ ਜਦੋਂ ਆਪਾਂ ਅੰਦੋਲਨ ਦੀ ਗੱਲ ਕਰੀਏ ਤਾਂ ਸਾਡੇ ਗੁਆਂਢੀ ਸੂਬੇ ਰਾਜਸਥਾਨ 'ਚ ਇੱਕ ਹੋਰ ਅੰਦੋਲਨ ਨੇ ਜ਼ੋਰ ਫੜਿਆ ਜੀ। ਜੀ ਬਿਲਕੁਲ ਬਿਲਕੁਲ, ਇਹ ਗੁਰਜਰ ਅੰਦੋਲਨ ਹੈ ਜੀ। ਇਹ ਤੁਹਾਨੂੰ ਯਾਦ ਹੋਊਗਾ ਜੀ, ਮੇਰੇ ਖਿਆਲ ਅੱਜ ਤੋਂ 5-6 ਸਾਲ ਪਹਿਲਾਂ ਦੀ ਗੱਲ ਵੀ ਆ, ਜਦੋਂ ਉੱਥੇ ਬੀਜੇਪੀ ਦਾ ਰਾਜ ਹੁੰਦਾ ਸੀ ਵਸੁੰਧਰਾ ਰਾਜੇ ਸਿੰਧੀਆ ਦੇ ਅਗਵਾਈ 'ਚ ਜੀ। ਉਦੋਂ ਇੱਕ ਗੁਰਜਰ ਨੇਤਾ ਆ ਜੀ ਕਰੋੜੀ ਮਤਲਬ ਬੈਂਸਲਾ ਜੀ ਜੀ, ਮੇਰੇ ਖਿਆਲ ਉਹ ਸਾਬਕਾ ਫੌਜੀ ਵੀ ਆ ਜੀ। ਤੇ ਫੌਜੀ ਜਿੱਥੇ ਕਿਤੇ ਅੜ ਜਾਣ ਤੇ ਉਹ ਤੁਹਾਨੂੰ ਪਤਾ ਹੀ ਆ ਵੀ ਛੇਤੀ ਕਿਤੇ ਪਿੱਛੇ ਨਹੀਂ ਹਟਦੇ। ਉਦੋਂ ਵੀ ਬਹੁਤ ਲੰਮਾ ਸਮਾਂ ਚੱਲਿਆ ਸੀ, ਕਾਫੀ ਤੋੜ ਭੰਨ ਹਿੰਸਕ ਘਟਨਾਵਾਂ ਹੋਈਆਂ ਸੀਗੀਆਂ, ਰੇਲ ਗੱਡੀਆਂ ਕਾਫੀ ਲੰਬਾ ਸਮਾਂ ਬੰਦ ਰਿਹਾ। ਕਿਸਮ ਨਾਲ ਤਾਂ ਰਾਜਸਥਾਨ ਜਿਹੜਾ ਆ ਕਈ ਦਿਨ ਦੇਸ਼ ਨਾਲੋਂ ਟੁੱਟਿਆ ਰਿਹਾ ਸੀ ਰੇਲ ਸੰਪਰਕ ਨੂੰ ਲੈ ਕੇ। ਖੈਰ ਉੱਥੇ ਲਾਠੀ ਚਾਰਜ ਵੀ ਹੋਇਆ, ਉਹਨਾਂ ਦੇ ਬੰਦਿਆਂ ਦੇ ਕਾਫੀ ਸੱਟਾਂ ਬਿੱਟਾਂ ਵੀ ਮਾਰੀਆਂ ਸੀਗੀਆਂ, ਪਰ ਉਹ ਮਸਲਾ ਇਹ ਸੀਗਾ ਵੀ ਉਹ ਚਾਹੁੰਦੇ ਰਿਜ਼ਰਵੇਸ਼ਨ ਜੀ। ਗੁਰਜਰ ਜਿਹੜੇ ਆ ਉਹ ਰਾਖਵਾਂਕਰਨ ਰਿਜ਼ਰਵੇਸ਼ਨ ਚਾਹੁੰਦੇ ਆ, ਰਿਜ਼ਰਵੇਸ਼ਨ ਵੀ ਚਾਹੁੰਦੇ ਆ, ਪਰ ਨਾਲ ਦਲਿਤਾਂ ਦੇ ਵਿੱਚ ਵੀ ਨਹੀਂ ਚਾਹੁੰਦੇ ਵੀ ਅਸੀਂ ਦਲਿਤ ਨਹੀਂ ਕਹਾਉਣਾ ਜੀ, ਸਾਨੂੰ ਰੱਖਣਾ ਤਾਂ OBC 'ਚ ਰੱਖੋ ਜੀ। OBC ਮਤਲਬ ਅਦਰ ਬੈਕਵਰਡ ਕਾਸਟ 'ਚ, ਉਹਦੇ ਵਿੱਚ ਰੱਖਣਾ ਚਾਹੁੰਦੇ ਆ। ਖੈਰ ਉਹਦੇ ਵਿੱਚ ਫਿਰ ਉਹਨਾਂ ਨੇ ਵਸੁੰਧਰਾ ਰਾਜੇ ਉਹਨਾਂ ਨੇ ਕੋਈ ਕਮੇਟੀ ਬਣਾਈ ਸੀਗੀ ਕੁਛ ਮੈਂਬਰੀ ਗੱਲਬਾਤ ਕਰਨ ਲਈ। ਕਈ ਵਾਰ ਗੱਲਬਾਤ ਫੇਲ ਵੀ ਹੋ ਗਈ, ਚੱਲਦੀ ਰਹੀ। ਇਨ ਬਿਟਵੀਨ ਉਹਨਾਂ ਦਾ ਕੰਮ ਇਹ ਹੋਇਆ ਸੀਗਾ ਵੀ ਉਹ ਮਸਲਾ ਸੁਲਝਾਉਣ ਲਈ ਸਹਿਮਤ ਹੋ ਗਏ ਸੀ ਵੀ ਬਈ ਠੀਕ ਆ ਤੁਹਾਨੂੰ 5% OBC ਦੇ ਵਿੱਚ ਰਿਜ਼ਰਵੇਸ਼ਨ ਦੇ ਦਿੰਦੇ ਆ ਜੀ। ਪਰ ਉਹ ਫਿਰ ਪਾਸ ਨਹੀਂ ਹੋਇਆ, ਉਹ ਸਿਰੇ ਨਹੀਂ ਕਿਤੇ ਲੱਗਾ, ਉਹਨੂੰ ਅਦਾਲਤ ਵਿੱਚ ਚੁਣੌਤੀ, ਅਦਾਲਤੀ ਕਾਰਵਾਈ ਦੇ ਵਿੱਚ ਲਟਕ ਗਿਆ। ਉਸੇ ਮਸਲੇ ਨੂੰ ਲੈ ਕੇ ਹੁਣ ਫੇਰ ਜਿਹੜੇ ਗੁਰਜਰ ਆ ਉਹ ਰੇਲ ਪਲਟੀਆਂ ਤੇ ਆ ਕੇ ਬੈਠ ਗਏ ਆ ਜੀ। ਪਰ ਉਹਦੇ ਨਾਲ ਜੇ ਆਪਾਂ ਕਿਸਾਨਾਂ ਦੀ ਤੁਲਨਾ ਕੀਤੀ ਜਾਵੇ ਅੰਦੋਲਨ ਦੀ, ਜਿਵੇਂ ਤੁਸੀਂ ਦੱਸਿਆ, ਪਰ ਉਹ ਅੰਦੋਲਨ ਬਿਲਕੁਲ ਵੱਖਰਾ ਆ। ਕਿਸਾਨਾਂ ਨੇ ਤਾਂ ਹਜੇ ਤੱਕ ਕਿਤੇ ਵੀ ਕੋਈ ਇੱਕ ਲੱਕੜੀ ਤੱਕ ਨਹੀਂ ਤੋੜੀ ਹੋਣੀ, ਤੇ ਉੱਥੇ ਉਹਨਾਂ ਨੇ ਰੇਲਵੇ ਲਾਈਨ ਦੀਆਂ ਜਿਹੜੀ ਫਿਸ਼ ਪਲੇਟਾਂ ਹੁੰਦੀਆਂ ਉਹੀ ਉਖਾੜ ਦਿੱਤੀਆਂ ਜੀ। ਤੇ ਇਹਨੂੰ ਇੱਕ ਕਿਸਮ ਨਾਲ ਹਿੰਸਕ ਰੂਪ ਹੀ ਕਿਹਾ ਜਾ ਸਕਦਾ। ਜਦੋਂ ਇਸ ਤਰੀਕੇ ਨਾਲ ਆਪਾਂ ਦੇਸ਼ ਦੀ ਜਿਹੜੀ ਮਸ਼ੀਨਰੀ ਨੂੰ ਭੰਨਤੋੜ ਕਰਦੇ ਆ ਤੇ ਉਹਦੇ ਵਿੱਚ ਇਹ ਮਸਲਾ ਜਿਹੜਾ ਹਿੰਸਕ ਹੀ ਆ ਜਾਂਦਾ, ਤੇ ਉਹਨਾਂ ਦਾ ਜਿਹੜਾ ਇਹ ਉਗਰ ਰੂਪ ਹੋ ਜਾਂਦਾ ਜੀ। ਗੁਰਜਰ ਪਹਿਲਾਂ ਵੀ ਉਗਰ ਰੂਪ 'ਚ ਰਹੇ ਆ, ਹੁਣ ਵੀ ਉਹਨਾਂ ਦਾ ਜਿਹੜਾ ਇਹ ਮਸਲਾ ਉਗਰ ਰੂਪ ਦੇ ਵਿੱਚ ਜਾਂ ਪੂਰੀ ਤਰ੍ਹਾਂ ਰੇਲ ਗੱਡੀਆਂ ਠੱਪ ਪਈਆਂ, ਬੰਬੇ ਲਾਈਨ ਜਾਣ ਵਾਲੀ ਸਾਰੀ ਡਾਈਵਰਟ ਕਰਕੇ ਜਾ ਰਹੀਆਂ। ਚਲੋ ਆਪੋ ਆਪਣੇ ਮੰਜ਼ਿਲਾਂ ਤੇ ਵੱਖਰੇ ਤਰੀਕੇ ਨਾਲ ਪਹੁੰਚਾ ਰਹੇ ਆ। ਕਰੋਨਾ ਕਰਕੇ ਕੁਝ ਬੰਦ ਵੀ ਆ, ਸਪੈਸ਼ਲ ਚਲਾਈਆਂ ਹੋਈਆਂ, ਪਰ ਇਹ ਮਸਲਾ ਜਿਹੜਾ ਉੱਥੋਂ ਦਾ ਗੁਰਜਰ ਵਾਲਾ ਉਹ ਫੇਰ ਨਵਾਂ ਉੱਠ ਕੇ ਇੱਕ ਵੱਡਾ ਵਿਕਰਾਲ ਰੂਪ ਧਾਰਨ ਕਰਦਾ ਜਾ ਰਿਹਾ ਜੀ। ਹੁਣ ਮਸਲਾ ਇੱਥੇ ਇੱਕ ਹੋਰ ਗੱਲ ਹੋਰ ਆਉਂਦੀ ਆ ਵੀ ਇਹ ਅੰਦੋਲਨ ਨੂੰ ਹੁਣ ਹੀ ਸ਼ੁਰੂ ਕਿਉਂ ਹੋਣ ਦਿੱਤਾ ਗਿਆ ਜੀ, ਜਾਂ ਇਹ ਅੰਦੋਲਨ ਇਸ ਸਮੇਂ ਦੇ ਵਿੱਚ ਹੀ ਕਿਉਂ ਸ਼ੁਰੂ ਹੋਇਆ ਜਦੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਜੀ। ਇਹਨੂੰ ਚੱਲਦੇ ਨੂੰ ਸਟੇਟ ਤੋਂ ਦੂਜੇ ਸਟੇਟ, ਤੀਜੇ ਸਟੇਟ, ਹੁਣ ਦੇਸ਼ ਪੱਧਰ ਤੇ ਜਾਣ ਵਾਲਾ ਸੀਗਾ, ਤੇ ਵਿੱਚ ਇਹ ਗੁਰਜਰ ਅੰਦੋਲਨ ਆ ਜਾਂਦਾ ਆ। ਠੀਕ ਹੈ, ਉਹਨਾਂ ਦੀ ਮੰਗ ਵੱਖਰੀ ਆ, ਸਾਡੇ ਕਿਸਾਨਾਂ ਦੀ ਮੰਗ ਵੱਖਰੀ ਆ, ਪਰ ਇਹ ਜਦੋਂ ਸਮਾਂ ਦੇਖਦੇ ਨਾ ਆਪਾਂ ਵੀ ਸਮੇਂ ਦੇ ਨਾਲ ਮੇਲ ਖਾਂਦਾ ਕਿਤੇ ਲੱਗਦਾ ਨਹੀਂ ਵੀ ਉਹਨਾਂ ਦੇ ਨਾਲ ਇਹੋ ਜਿਹਾ। ਹੁਣ ਉੱਥੇ ਗਹਿਲੋਤ ਸਰਕਾਰ ਆ, ਹੁਣ ਉਹ ਇਹਨੂੰ ਕਿਸ ਤਰੀਕੇ ਨਾਲ ਲੈਂਦੀ ਆ। ਪਰ ਇਹਦੇ ਨਾਲ ਇੱਕ ਹੋਰ ਦੱਸ ਦੇਵਾਂ, ਜਿਹੜੇ ਸਚਿਨ ਪਾਇਲਟ ਆ ਉਹ ਵੀ ਗੁਰਜਰ ਬਰਾਦਰੀ 'ਚੋਂ ਆਉਂਦੇ ਆ ਜੀ। ਉਹਨਾਂ ਨੇ ਵੀ ਉਦੋਂ ਇਸ ਗੱਲ ਨੂੰ ਲੈ ਕੇ ਇਹਨਾਂ ਨੂੰ ਸ਼ਾਂਤ ਕੀਤਾ ਸੀ ਬਈ ਸਾਡੀ ਸਰਕਾਰ ਆਣ ਦਿਓ, ਫਿਰ ਅਸੀਂ ਤੁਹਾਡੀ ਜਿਹੜੀ ਮੰਗ ਆ ਉਹਦੇ ਤੇ ਵਿਚਾਰ ਕਰ ਲਾਂਗੇ, ਜਾਂ ਜੋ ਵੀ ਤੁਹਾਡੀ ਮੰਗ ਹੋਊਗੀ ਮੰਨਣ ਵਾਲੀ ਮੰਗ ਲਾਂਗੇ ਜੀ। ਉਹਦੇ ਸਿਰ ਤੇ ਹੀ ਉਹਨਾਂ ਨੇ ਵੋਟਾਂ ਵੀ ਜਿੱਤੀਆਂ। ਸਚਿਨ ਪਾਇਲਟ ਹੁਣ ਡਿਪਟੀ ਚੀਫ ਮਿਨਿਸਟਰ ਵੀ ਹੈਗਾ ਆ, ਹਾਲਾਂਕਿ ਹੁਣ ਨਹੀਂ ਹੈਗਾ ਪਰ ਬਣ ਗਿਆ ਸੀਗਾ, ਪਰ ਉਹਨੂੰ ਡਿਪਟੀ ਚੀਫ ਮਿਨਿਸਟਰ ਗਵਾਣੀ ਪਈ ਜੀ, ਜਿੱਥੋਂ ਤੱਕ ਲੱਗਦਾ ਸੀ ਵੀ ਭਾਜਪਾ ਦੇ ਮਗਰ ਲੱਗ ਕੇ, ਕਿਉਂਕਿ ਉੱਥੇ ਥੋੜ੍ਹੇ ਚਿਰ ਪਹਿਲਾਂ ਹੀ ਆਪਾਂ ਦੇਖਿਆ ਵੀ ਭਾਜਪਾ ਹੁਣ ਸਰਕਾਰ ਤੋੜਨ ਦੀ ਬਹੁਤ ਉੱਥੇ ਕੋਸ਼ਿਸ਼ ਹੋਈ ਆ, ਤੇ ਉਹ ਗਹਿਲੋਤ ਪੁਰਾਣਾ ਸਿਆਸਤਦਾਨ ਕਰਕੇ ਉਹ ਆਪਣੀ ਸਰਕਾਰ ਬਚਾ ਗਿਆ, ਤੇ ਉਹ ਲੌਟ ਕੇ ਘਰ ਨੂੰ ਆਏ ਵਾਲੀ ਗੱਲ ਮੈਂ ਸ਼ਬਦ ਨਹੀਂ ਵਰਤਦਾ। ਉਹ ਸਚਿਨ ਪਾਇਲਟ ਹੋਣੀ ਜਿੱਥੇ ਨਾਰਾਜ਼ ਹੋਏ ਸੀਗੇ ਉਹ ਮੁੜ ਕੇ ਫਿਰ ਇਹਨਾਂ ਦੇ ਨਾਲ ਆ ਕੇ ਗਹਿਲੋਤ ਨਾਲ ਰਲ ਗਏ ਆ, ਪਰ ਉਹਨਾਂ ਨੂੰ ਉਹ ਗੱਲ ਨਹੀਂ ਰਹੀ। ਇੱਕ ਤਾਂ ਸਟੇਟ ਪ੍ਰਧਾਨ ਦਾ ਵੀ ਗਿਆ ਜੀ, ਡਿਪਟੀ ਚੀਫ ਮਿਨਿਸਟਰ ਦਾ ਉਹਦਾ ਵੀ ਗਿਆ। ਹੁਣ ਜਦੋਂ ਇਹ ਗੁਰਜਰ ਅੰਦੋਲਨ ਚੱਲ ਰਿਹਾ ਤੇ ਉਹਦੇ ਵਿੱਚ ਵੀ ਉਸ ਸਚਿਨ ਪਾਇਲਟ ਦਾ, ਕਿਉਂਕਿ ਇਹਦੇ ਫਾਦਰ ਸਾਹਿਬ ਸੀ ਰਾਜੇਸ਼ ਪਾਇਲਟ ਜੀ, ਪਾਇਲਟ ਕੋਈ ਬਰਾਦਰੀ ਜਾਂ ਗੋਦ ਦਾ ਨਹੀਂ ਹੈਗਾ ਇਹ, ਵੈਸੇ ਉਹ ਕਿਉਂਕਿ ਹੈਲੀਕਾਪਟਰ ਤੇ ਚਲਾਉਂਦੇ ਸੀਗੇ ਤੇ ਰਾਜੀਵ ਗਾਂਧੀ ਉਹਨਾਂ ਦੇ ਵੀ ਨਾਲ ਚਲਾਏ ਸੀ, ਇਹਨਾਂ ਦੇ ਬਹੁਤ ਨੇੜਤਾ ਹੋ ਗਈ ਸੀ ਨਹਿਰੂ ਗਾਂਧੀ ਫੈਮਿਲੀ ਦੇ ਨਾਲ, ਉਦੋਂ ਕਰਕੇ ਉਹਦਾ ਨਾਮ ਪਾਇਲਟ ਜੁੜ ਗਿਆ ਸੀ, ਤੇ ਹੁਣ ਵੀ ਸਚਿਨ ਦਾ ਨਾਲ ਪਾਇਲਟ ਤਾਂ ਹੀ ਜੁੜਿਆ ਹੋਇਆ। ਹੁਣ ਉਹ ਮਸਲਾ ਇਹਨੂੰ ਕਿਸ ਤਰੀਕੇ ਨਾਲ ਹੱਲ ਕਰਦੇ ਆ, ਕਿਉਂਕਿ ਉਹਨਾਂ ਦੀ ਆਪਣੀ ਸਰਕਾਰ ਆ ਜੀ। ਉਦੋਂ ਵਸੁੰਧਰਾ ਰਾਜੇ ਦੀ ਸੀਗੀ, ਉਦੋਂ ਉਹਨਾਂ ਨੇ ਇੱਕ ਕਿਸਮ ਨਾਲ ਭਰੋਸਾ ਦੇ ਦਿੱਤਾ ਸੀਗਾ। ਹੁਣ ਇਹਨਾਂ ਦੀ ਸਚਿਨ ਪਾਇਲਟ ਕਿਉਂਕਿ ਇਹਨਾਂ ਦੀ ਬਰਾਦਰੀ 'ਚ ਆਉਂਦਾ ਆ, ਇਹਨਾਂ ਦੀ ਆਪਣੀ ਸਰਕਾਰ ਆ, ਇਹਨੂੰ ਹੁਣ ਕਿਵੇਂ ਤਰੀਕੇ ਨਾਲ ਮਸਲਾ ਹੱਲ ਕਰਾਉਂਦੇ ਆ, ਇਹਨੂੰ ਕਿਸ ਤਰੀਕੇ ਨਾਲ ਲੈਂਦੇ ਆ, ਇਹਦਾ ਆਉਣ ਵਾਲਾ ਸਮਾਂ ਦੇਖੇਗਾ। ਪਰ ਉਹਨਾਂ ਦਾ ਜਿਹੜਾ ਅੰਦੋਲਨ ਆ ਉਹ ਲੱਗਦਾ ਆ ਵੀ ਵਿਕਰਾਲ ਰੂਪ ਧਾਰਨ ਕਰਦਾ ਜਾ ਰਿਹਾ ਜੀ।
ਉਹ ਨਾਟਕੀ ਜੇ ਘਟਨਾਕ੍ਰਮ ਸੀਗਾ ਉਦੋਂ ਜਦੋਂ ਵਸੁੰਧਰਾ ਰਾਜੇ ਨੇ ਵੀ ਉਹਨਾਂ ਦੀ ਗੱਲ ਮੰਨੀ ਸੀ। ਜੀ। ਕਿਹਾ ਇਹ ਜਾਂਦਾ ਸੀਗਾ ਕਿ ਜਿਹੜੀ ਰਿਜ਼ਰਵੇਸ਼ਨ ਹੈ ਉਹ ਸਟੇਟ ਗਵਰਨਮੈਂਟ ਨਹੀਂ ਦੇਊਗੀ, ਦੇਣੀ ਤੇ ਸੈਂਟਰ ਗਵਰਨਮੈਂਟ ਨੇ ਸੀ। ਬਾਅਦ ਵਿੱਚ ਉਹਨਾਂ ਨੂੰ ਸ਼ਾਂਤ ਕਰ ਲਿਆ ਗਿਆ ਤੇ ਮਸਲਾ ਅਦਾਲਤ 'ਚ ਕਮੇਟੀ ਬਣਾ ਕੇ ਉਹਨਾਂ ਨੂੰ ਕਿਹਾ ਸੀਗਾ ਵੀ ਇਹ ਤੁਹਾਡਾ ਜਿਹੜਾ ਇਹ ਪੇਸ਼ ਕਰ ਦਾਂਗੇ ਸੈਂਟਰ ਦੇ ਵਿੱਚ। ਸੈਂਟਰ ਨੇ ਦੇਣਾ ਨਹੀਂ ਦੇਣਾ ਬਾਅਦ ਦੀ ਗੱਲ ਹੈ, ਪਰ ਉਹ ਅਦਾਲਤੀ ਚੱਕਰ 'ਚ ਪੈ ਗਿਆ ਸੀ, ਅਦਾਲਤ 'ਚ ਫਸ ਗਿਆ। ਬਿਲਕੁਲ ਬਿਲਕੁਲ ਜੀ। ਤੇ ਯੂਪੀ ਦੇ ਵਿੱਚ ਰਾਜ ਸਭਾ ਦੀਆਂ ਚੋਣਾਂ ਵੀ ਸਿਰੇ ਚੜ ਗਈਆਂ ਜੀ। ਜੀ ਬਿਲਕੁਲ ਚੜ ਗਈਆਂ ਜੀ। ਉਹਦੇ ਵਿੱਚ ਆਪਣੇ ਮੰਤਰੀ ਸਾਹਿਬ ਆ ਹਰਦੀਪ ਸਿੰਘ ਪੁਰੀ ਹੁਣੀ ਵੀ ਬਣ ਗਏ ਰਾਜ ਸਭਾ ਮੈਂਬਰ ਦੁਆਰਾ ਜੀ। ਤੇ 8 ਮੈਂਬਰ ਬਣੇ ਆ ਜੀ ਭਾਜਪਾ ਦੇ, ਤੇ ਇੱਕ ਬਸਪਾ ਦਾ ਤੇ ਇੱਕ ਸਮਾਜਵਾਦੀ ਪਾਰਟੀ ਦਾ ਬਣਿਆ। ਕਾਂਗਰਸ ਦਾ ਹੀ ਹੱਥ ਫੇਰ ਖਾਲੀ ਰਿਹਾ ਜੀ। ਪਰ ਉੱਥੇ ਇੱਕ ਬੜੀ ਅਜੀਬ ਗੱਲ ਦੇਖਣ ਨੂੰ ਮਿਲੀ ਆ ਵੀ ਜਿਹੜੇ ਪਿਛਲੀ ਸਰਕਾਰ ਦੇ ਵਿੱਚ ਗੱਠਜੋੜ ਸੀਗਾ ਬਸਪਾ ਤੇ ਸਮਾਜਵਾਦੀ ਪਾਰਟੀ ਦਾ, ਉਹ ਗੱਠਜੋੜ ਦੇ ਵਿੱਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ, ਆ ਵੀ ਗਈਆਂ ਜੀ। ਉਹਦੇ 'ਚ ਇਹ ਹੋਇਆ ਵੀ ਜਿੰਨੇ ਉਹਦੇ ਐਮਐਲਏ ਸੀਗੇ ਉਹ ਲੱਗਦਾ ਸੀਗਾ ਵੀ ਆਪੇ ਟੁੱਟੇ ਆ, ਪਰ ਬਾਅਦ 'ਚ ਫਿਰ ਉਹਨਾਂ ਨੂੰ ਬਸਪਾ ਵਾਲਿਆਂ ਨੂੰ ਇਹ ਦੋਸ਼ ਲਾਇਆ ਵੀ ਇਹ ਸਮਾਜਵਾਦੀ ਪਾਰਟੀ ਨੇ ਸਾਡੇ ਪਾਰਟੀ ਦੇ ਵਿੱਚ ਸੰਨ ਮਾਰੀ ਆ ਜੀ। ਔਰ ਬਸਪਾ ਪ੍ਰਧਾਨ ਮਾਇਆਵਤੀ ਤਾਂ ਖੁੱਲ੍ਹ ਕੇ ਕਹਿਣ ਲੱਗ ਪਈ ਸੀ ਬਈ ਹੁਣ ਮੈਂ ਤੈਨੂੰ ਸਿੱਧੀ ਹੋ ਕੇ ਟੱਕਰੂ ਜੀ, ਵੀ ਕੁਝ ਵੀ ਹੋ ਜਾਏ ਮੈਂ ਤੁਹਾਡੇ ਵਾਲੇ ਬੰਦੇ ਨੂੰ ਜਿੱਤਣ ਨਹੀਂ ਦੇਣਾ, ਮੈਨੂੰ ਭਾਵੇਂ ਬੀਜੇਪੀ ਨੂੰ ਵੋਟ ਨਾ ਪਾਉਣੀ ਪਵੇ। ਇੱਥੇ ਇੱਕ ਰਾਜਨੀਤੀ ਬੀਜੇਪੀ ਫੇਰ ਖੇਲ ਗਈ। ਉਹਨੇ ਤਾਂ ਕਿਹਾ ਸੀ ਵੀ ਉੱਥੇ ਜਿਹੜੇ ਉਮੀਦਵਾਰ ਆ ਉਹਨਾਂ ਦਾ ਵਿਰੋਧ ਕਰੂੰਗੀ, ਬੀਜੇਪੀ ਦਾ ਸਾਥ ਦਊਂਗੀ। ਉਹਨਾਂ ਨੇ ਇੱਕ ਆਡੀਓ ਪੂਰੇ ਘੁਮਾ ਦਿੱਤੀ, ਪਹਿਲਾਂ ਵੀ ਬਸਪਾ ਨੇ ਬੀਜੇਪੀ ਦਾ ਸਮਰਥਨ ਕਰ ਦਿੱਤਾ। ਹੁਣ ਉਹਦਾ ਅਸਰ ਪੈਣਾ ਸੀ ਬਿਹਾਰ ਦੇ ਵਿੱਚ, ਬਿਲਕੁਲ ਮੱਧ ਪ੍ਰਦੇਸ਼ ਦੀਆਂ 28 ਸੀਟਾਂ ਦੇ ਵਿੱਚ। ਜੀ। ਫਟਾਫਟ ਫਿਰ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਵੀ ਮੇਰਾ ਕੋਈ ਸਮਰਥਨ ਨਹੀਂ ਬੀਜੇਪੀ ਨੂੰ, ਸਿਰਫ ਇੱਥੇ ਜਿਹੜੇ ਉਮੀਦਵਾਰ ਖੜੇ ਕੀਤੇ ਆ ਉਹਨਾਂ ਨੂੰ ਅਸੀਂ ਜਿਤਾਵਾਂਗੇ, ਸਮਾਜਵਾਦੀ ਪਾਰਟੀ ਨੂੰ ਹਰਾਉਣਾ ਆ, ਬਾਕੀ ਕਿਤੇ ਵੀ ਹੈ ਨਹੀਂ। ਇਹੀ ਗੱਲ ਉਹਨਾਂ ਨੇ ਪੰਜਾਬ ਦੇ ਲੈਵਲ ਦੇ ਵਿੱਚ ਵੀ ਜਿਹੜੇ ਪ੍ਰਧਾਨ ਆ ਜਸਵੀਰ ਸਿੰਘ ਗੜੀ ਹੋਣੀ ਬਸਪਾ ਦੇ, ਉਹਨਾਂ ਨੇ ਵੀ ਕਿਹਾ ਵੀ ਭਾਜਪਾ ਨਾਲ ਕੋਈ ਚੋਣ ਗੱਠਜੋੜ ਨਹੀਂ ਹੋਊਗਾ ਕਿਸੇ ਵੀ ਲੈਵਲ ਤੇ। ਦੇਖ ਲਓ ਸ਼ੇਰਗਿੱਲ ਸਾਹਿਬ, ਜਦੋਂ ਹਿੰਦੁਸਤਾਨ ਦੀ ਰਾਜਨੀਤੀ ਦੀ ਅਸੀਂ ਗੱਲ ਕਰਦੇ ਹਾਂ ਕਿਤੋਂ ਘੁੰਮ ਕੇ ਵੜ ਜਾਂਦੀ ਹਾਸਾ ਆਉਂਦਾ। ਇਹ ਚੁਟਕਲਿਆਂ ਵਰਗੀ ਰਾਜਨੀਤੀ ਕਰਦੇ ਆ, ਘੁੰਮ ਫੇਰ ਕੇ ਦੇਖ ਲਓ ਕਿੱਥੋਂ ਲਾਹਾ ਲੈ ਜਾਂਦੇ ਆ, ਕੌਣ ਕਿੱਥੇ ਕਦੋਂ ਕਿਹਦੀ ਮਦਦ ਕਰ ਰਿਹਾ ਤੇ ਕਿਹਦੇ ਮੂੰਹੋਂ ਨਿਕਲੇ ਹੋਏ ਸ਼ਬਦ ਕਿਹਦੇ ਜੜ੍ਹਾਂ 'ਚ ਬਹਿ ਜਾਣੇ ਆ, ਕੁਝ ਨਹੀਂ ਪਤਾ ਲੱਗਦਾ। ਸਹੀ ਗੱਲ ਹੈ ਜੀ, ਬਿਲਕੁਲ ਠੀਕ ਹੈ। ਲਾਉਣੇ ਆ ਜੀ ਇਹੋ ਜਿਹਾ ਪਤਾ ਇੱਕ ਬ੍ਰੇਕ ਤੋਂ ਬਾਅਦ ਕਿ ਹੋਰ ਕੀ ਹੋ ਰਿਹਾ। ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਇਸ ਪ੍ਰੋਗਰਾਮ ਦਾ ਆਖਰੀ ਹਿੱਸਾ ਤੇ ਸਾਡੇ ਨਾਲ ਨੇ ਸ਼ੇਰਗਿੱਲ ਸਾਹਿਬ। ਸ਼ੇਰਗਿੱਲ ਸਾਹਿਬ, ਗੱਲ ਅਸੀਂ ਕਰਦੇ ਸੀ ਚੁਟਕਲਿਆਂ ਵਰਗੀ ਰਾਜਨੀਤੀ ਦੀ, ਤੇ ਇੱਕ ਹੋਰ ਬੜੀ ਮਜ਼ੇਦਾਰ ਘਟਨਾ ਹੋਈ ਆ ਮੱਧ ਪ੍ਰਦੇਸ਼ ਦੇ। ਇੱਕ ਬਹੁਤ ਵੱਡੇ ਹਿੰਦੁਸਤਾਨ ਦੇ ਵੱਡੇ ਲੀਡਰ ਸੀ, ਉਹ ਸੀਗੇ ਤਾਂ ਮੱਧ ਪ੍ਰਦੇਸ਼ ਤੋਂ ਬਿਲੋਂਗ ਕਰਦੇ ਸੀ। ਉਹ ਮਾਧਵਰਾਓ ਸਿੰਧੀਆ ਜੀ ਦੇ ਬੇਟੇ ਜੋਤੀਰਾਦਿੱਤਿਆ ਸਿੰਧੀਆ ਜੀ। ਪਿੱਛੇ ਜੇ ਪਾਰਟੀ ਬਦਲ ਲਈ ਸੀ, ਪਰ ਕੱਲ ਭਾਸ਼ਣ ਦਿੰਦਿਆਂ ਉਹ ਸ਼ਾਇਦ ਫਿਰ ਆਪਣੀ ਪੁਰਾਣੀ ਪਾਰਟੀ ਲਈ ਵੋਟਾਂ ਮੰਗ ਗਏ। ਜੀ ਬਿਲਕੁਲ, ਇਹ ਆਪਾਂ ਇਹਨੂੰ ਫੰਬਲ ਕਹਿ ਦਈਏ ਨਾ, ਜ਼ਬਾਨ ਦਾ ਹੇਰ ਫੇਰ ਹੋ ਜਾਂਦਾ। ਜਿੱਦਾਂ ਸਾਡੇ ਤੋਂ ਇੱਥੇ ਹੋ ਜਾਂਦਾ, ਖੈਰ ਹਾਂ ਹੋ ਹੀ ਜਾਂਦਾ ਜੀ, ਕਈ ਵਾਰੀ ਕੈਮਰੇ ਦੇ ਮੂਹਰੇ ਹੋਈਏ। ਪਰ ਇਹ ਤਾਂ ਸਿਆਸੀ ਆਗੂ ਆ ਜਿੱਥੇ ਪੁਰਾਣੀ ਇੰਨੇ ਚਿਰ ਦੀ ਪਾਰਟੀ ਦੇ ਵਿੱਚ ਰਹੇ ਆ, ਇੰਨੀਆਂ ਉੱਥੇ ਜਿਹਨੂੰ ਪਦਵੀਆਂ ਮਾਣੀਆਂ ਜੀ, ਛੋਟੀ ਉਮਰ ਦੇ ਵਿੱਚ ਹੀ ਸੰਸਦ ਮੈਂਬਰ ਬਣ ਗਏ, ਫਿਰ ਕਈ ਕੁਛ ਅਹੁਦੇ ਲਏ ਜਿਹੜੇ ਕਾਂਗਰਸ ਤੋਂ ਖੈਰ ਕਿਤੇ ਨਾ ਕਿਤੇ ਤੋਂ ਯਾਦ ਆਈ ਜਾਂਦੀ ਹੈ ਨਾ। ਇਹ 'ਚ ਆਪਾਂ ਕਹਿ ਨਹੀਂ ਸਕਦੇ ਵੀ ਉਹਨਾਂ ਨੇ ਜਾਣ ਕੇ ਲਿਆ ਹੋਊਗਾ, ਕਿਤੇ ਉਹਨਾਂ ਦੇ ਦਿਮਾਗ 'ਚ ਘਰ ਕਰ ਗਈ ਹੋਣੀ ਆ, ਯਾਰ ਵਾਕਿਆ ਕਾਂਗਰਸ ਨੇ ਮੇਰੇ ਲਈ ਚੰਗਾ ਕੀਤਾ ਸੀ ਜੀ। ਤੇ ਮੈਂ ਬੀਜੇਪੀ 'ਚ ਆ ਜ਼ਰੂਰ ਗਿਆ, ਪਰ ਜਿੱਥੇ ਬੀਜੇਪੀ ਤੱਕ ਪਹੁੰਚਣ ਜੋਗਾ ਮੈਨੂੰ ਕੀਤਾ ਤਾਂ ਕਾਂਗਰਸ ਨੇ ਖੜਾ ਆ। ਤੇ ਉਹ ਕਿਤੇ ਗੱਲ ਉਹਨਾਂ ਦੇ ਅਟਕ ਗਈ ਹੋਣੀ, ਯਾਰ ਇੱਕ ਵਾਰੀ ਮੈਂ ਚਲੋ ਉਹਨਾਂ ਦਾ ਸ਼ਾਇਦ ਹਸਾਨ ਹੀ ਲਾ ਦਵਾਂ ਇਹ ਗੱਲ ਕਹਿ ਕੇ। ਉਹ ਹਸਾਨ ਲਾਉਣ ਵਾਲੀ ਗੱਲ ਹੀ ਹੋਣੀ ਹੈ, ਬਈ ਤੁਸੀਂ ਵੋਟਾਂ ਭਾਈ ਪੰਜੇ ਨਹੀਂ ਪਾਇਓ, ਉਹ ਕਹਿ ਹੋ ਗਿਆ ਹੋਣਾ। ਮੁੜ ਕੇ ਕਮਲ ਵਾਲੇ ਬੀਜੇਪੀ ਵਾਲੇ ਵੀ ਦੇਖਦੇ ਹੋਣੇ ਵੀ ਕਰੀ ਕੀ ਜਾਂਦਾ, ਯਾਰ ਸਾਡੇ ਵੱਲੋਂ ਆਇਆ ਆ, ਵੋਟਾਂ ਕਾਂਗਰਸ ਲਈ ਮੰਗੀ ਜਾਂਦਾ। ਕਈ ਵਾਰ ਇਦਾਂ ਕੁਝ ਜ਼ੁਬਾਨ ਜਿਹੜੀ ਬਿਲਕੁਲ ਜ਼ੁਬਾਨ ਕਹੀ ਜਾਂਦੀ ਹੈ, ਤੇ ਸਾਡੇ ਵਰਗੇ ਬੰਦਿਆਂ ਨੂੰ ਹੱਸਣ ਦਾ ਮੌਕਾ ਤੇ ਮਿਲ ਹੀ ਜਾਂਦਾ, ਗੱਲ ਬਣ ਜਾਂਦੀ ਹੈ ਨਾ ਜੀ। ਤੇ ਹੈ ਵੀ ਇਹ ਇੱਕ ਚੁਟਕਲਾ ਹੀ ਆ ਕਿ ਤੁਸੀਂ ਕੀ ਕਰਦੇ ਤੇ ਕਿਹੋ ਜਿਹੀਆਂ ਪਾਰਟੀਆਂ ਬਦਲਦੇ ਆ। ਤੇ ਜਦੋਂ ਆਪਾਂ ਚੋਣਾਂ ਦੀ ਗੱਲ ਕਰਦੇ ਸੀ, ਮੱਧ ਪ੍ਰਦੇਸ਼ 'ਚ ਵੀ ਚੋਣਾਂ ਨੇ, ਉਹ ਇਹਨਾਂ ਦੀ ਵਜ੍ਹਾ ਨਾਲ ਹੀ ਹੋ ਰਹੀਆਂ ਨੇ ਉਹ ਚੋਣਾਂ। ਤੇ ਬਿਹਾਰ 'ਚ ਦੂਜੇ ਗੇੜ ਦੀਆਂ ਚੋਣਾਂ ਦਾ ਟਾਈਮ ਬਿਲਕੁਲ ਜੀ ਬਿਲਕੁਲ। ਦੇਖੋ ਕਰੋਨਾ ਕਾਲ ਦੇ ਵਿੱਚ ਚੋਣਾਂ ਦਾ ਕਾਲ ਵੀ ਪੂਰੇ ਤਰ੍ਹਾਂ ਚੱਲ ਰਿਹਾ, ਦੂਜਾ ਗੇੜ ਬਿਹਾਰ 'ਚ ਚੱਲ ਰਿਹਾ। 94 ਸੀਟਾਂ ਲਈ ਵੋਟਾਂ ਪੈ ਰਹੀਆਂ ਜੀ, ਸ਼ਾਮ ਤੱਕ ਪੈ ਜਾਣੀਆਂ ਉਹ। ਉਹਦੇ ਵਿੱਚ ਵੀ ਅੱਜ ਦਿੱਗਜਾਂ ਦਾ ਇੱਕ ਸਾਖ ਜਿਹੜੀ ਆ ਉਹ ਭਵਿੱਖ ਦਾ ਤੇ ਲੱਗ ਗਿਆ ਆ। ਇੱਦਾਂ ਹੀ ਉੱਥੇ ਦੇਖਿਆ ਜਾਵੇ ਮੱਧ ਪ੍ਰਦੇਸ਼ ਵਿੱਚ ਵੀ 28 ਸੀਟਾਂ ਦੀ ਜਿਮਨੀ ਚੋਣ, ਜੋ ਆਪਾਂ ਪਹਿਲਾਂ ਵੀ ਕਹਿੰਦੇ ਆ ਰਹੇ ਆ, ਪਰ ਇੰਨੀ ਵੱਡੀ ਗਿਣਤੀ ਦੀ ਜਿਮਨੀ ਚੋਣ ਪਹਿਲੀ ਵਾਰੀ ਹੋ ਰਹੀ ਆ। ਉਹ ਸਿਰਫ ਸਰਕਾਰ ਦੇ ਜੋੜ ਤੋੜ ਕਰਕੇ ਹੀ ਇਹ ਜਿਮਨੀ ਚੋਣ ਹੋਈ ਆ, ਜਿਹਦੇ ਵਿੱਚ ਤੁਸੀਂ ਦੱਸਿਆ ਹੋਣਾ ਜੋਤੀਰਾਦਿੱਤਿਆ ਸਿੰਧੀਆ ਪਲੱਸ ਜਿਹੜੇ ਪਹਿਲਾਂ ਮੁੱਖ ਮੰਤਰੀ ਰਹੇ ਆ ਕਾਂਗਰਸ ਦੇ ਕਮਲਨਾਥ, ਇਹਨਾਂ ਦਾ ਦਾ 'ਤੇ ਲੱਗਾ ਹੋਇਆ ਜੀ ਭਵਿੱਖ ਆਉਣ ਵਾਲੇ ਸਮੇਂ 'ਚ ਵੀ ਇਹ 28 ਸੀਟਾਂ ਕਿੱਧਰ ਨੂੰ ਮੋੜ ਖਾਣਗੀਆਂ। ਇਹਦੇ ਵਿੱਚ ਮੈਂ ਦੇਖਿਆ ਕਿਤੇ ਨਾ ਕਿਤੇ ਚੋਣ ਕਮਿਸ਼ਨ ਦੀ ਵੀ ਚੰਗੀ ਭੂਮਿਕਾ ਨਿਭਾ ਰਿਹਾ ਆਪਣੀ, ਕਿਉਂਕਿ ਉੱਥੇ ਬੋਲ ਕਬੋਲ ਤਾਂ ਸਾਰੇ ਬੋਲਦੇ ਆ, ਪਰ ਉਹ ਕਿਸ ਲੈਵਲ ਤੱਕ ਬੋਲਦੇ ਆ, ਕਿੱਦਾਂ ਦੀ ਜਿਹੜੀ ਗੱਲ ਕਰਦੇ ਆ, ਇਹ ਸਾਰਾ ਚੋਣ ਕਮਿਸ਼ਨ ਨੇ ਵਾਚਣਾ ਹੁੰਦਾ, ਦੇਖਣਾ ਹੁੰਦਾ। ਅਤੇ ਉਹ 2-3 ਵਾਰੀ ਇਹੋ ਜਿਹੀ ਗੱਲਾਂ ਕਰ ਗਏ ਕਮਲਨਾਥ, ਜਿਹਦੇ ਕਰਕੇ ਉਹਨਾਂ ਨੇ ਉਹਨੂੰ
ਕਾਂਗਰਸ ਦੇ ਜਿਹੜੇ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚੋਂ ਉਹਨੂੰ ਸਟਾਰ ਪ੍ਰਚਾਰਕ ਤੇ ਪਾਬੰਦੀ ਲਾਤੀ ਪਈ, ਤੁਹਾਡਾ ਸਟਾਰ ਪ੍ਰਚਾਰਕ ਨਹੀਂ ਰਹਿ ਸਕਦਾ, ਇਹਨੂੰ ਆਹ ਬੋਲਣਾ ਨਹੀਂ ਆਉਂਦਾ ਗੱਲ ਜੀ। ਖੈਰ ਉਹ ਵੀ ਸਿਆਸਤਦਾਨ ਪੁਰਾਣਾ ਆ, ਅੱਜ ਦਾ ਨਹੀਂ, 36-40 ਸਾਲ ਹੋ ਗਏ ਨੇ ਮੈਨੂੰ ਲੱਗਦਾ, 84 ਤੋਂ ਪਹਿਲਾਂ ਦਾ। ਤੇ ਉਹ ਸੁਪਰੀਮ ਕੋਰਟ ਜਾ ਵੜਿਆ, ਸੁਪਰੀਮ ਕੋਰਟ ਵਾਲਿਆਂ ਨੇ ਚੋਣ ਕਮਿਸ਼ਨ ਵਾਲਿਆਂ ਤੇ ਰੋਕ ਲਾਤੀ, ਤੇ ਹੁਣ ਉਹ ਫਿਰ ਸਟਾਰ ਪ੍ਰਚਾਰਕ ਹੀ ਰਹਿ ਗਿਆ, ਪਰ ਸਿਰਫ 2 ਦਿਨ ਵਾਸਤੇ, ਕਿਉਂਕਿ ਅੱਜ ਵੋਟਾਂ ਪੈ ਗਈਆਂ ਤਾਂ ਮੁੜ ਕੇ ਉਹਨੂੰ ਕਿਹਨੇ ਸਟਾਰ ਪ੍ਰਚਾਰਕ ਕਹਿਣਾ। ਤੇ ਉਹਦੇ ਲਈ ਆਪ ਸਟਾਰ ਪ੍ਰਚਾਰਕ ਆਪਣੇ ਨਵਜੋਤ ਸਿੰਘ ਸਿੱਧੂ ਵੀ ਸੀਗੇ, ਪਰ ਉਹਨਾਂ ਨੇ ਉੱਥੇ ਪ੍ਰਚਾਰ ਨਹੀਂ ਕੀਤਾ, ਸਟਾਰ ਜ਼ਰੂਰ ਰਹੇ ਆਪਣੇ ਉੱਥੇ ਪੰਜਾਬ 'ਚ ਸਟਾਰ ਰਹੇ ਆ। ਇੱਦਾਂ ਹੀ ਬਿਹਾਰ 'ਚ ਉਹਨਾਂ ਦੇ ਵਿੱਚ ਦੇਖੀਏ ਤਾਂ 94 ਸੀਟਾਂ ਦੀ ਹੋ ਰਿਹਾ, ਉੱਥੇ ਵੀ ਕਾਫੀ ਜਿਹੜੀ ਆ ਬੋਲ ਕਬੋਲ ਬੋਲੇ ਗਏ ਆ। ਹੁਣ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਪ੍ਰਧਾਨ ਮੰਤਰੀ ਹੋਣਾ ਨੇ ਬੜੀ ਜ਼ੋਰਦਾਰ ਅਪੀਲ ਕੀਤੀ ਉੱਥੋਂ ਦੇ ਲੋਕਾਂ ਨੂੰ ਵੀ ਇਹ ਇੱਕ ਤਿਉਹਾਰ ਆ ਚੋਣਾਂ ਦਾ ਜੀ, ਵੱਡੀ ਤੋਂ ਵੱਡੀ ਗਿਣਤੀ ਵਿੱਚ ਨਿਕਲ ਕੇ ਵੋਟਾਂ ਪਾਓ ਜੀ। ਤੇ ਇਹਨਾਂ ਦੀ ਜਿਹੜੀ ਭਾਈਵਾਲ ਸੈਂਟਰ 'ਚ ਆ, ਸਟੇਟ 'ਚ ਟੁੱਟੀ ਹੋਈ ਆ, ਲੋਕ ਜਨ ਸ਼ਕਤੀ ਪਾਰਟੀ ਚਿਰਾਗ ਪਾਸਵਾਨ, ਰਾਮ ਵਿਲਾਸ ਪਾਸਵਾਨ ਦੇ ਬੇਟੇ, ਉਹ ਅਪੀਲ ਕਰ ਰਹੇ ਆ ਵੀ ਬਿਹਾਰ ਵਾਸੀਓ ਵੋਟਾਂ ਇਸ ਤਰੀਕੇ ਨਾਲ ਪਾਇਓ ਕਿ ਨਿਤਿਸ਼ ਮੁਕਤ ਬਿਹਾਰ ਬਣ ਜਾਏ ਜੀ। ਹੁਣ ਦੋਨਾਂ ਭਾਈਵਾਲ ਤਾਂ ਸੈਂਟਰ ਦੇ ਵਿੱਚ ਆ, ਤਾਂ ਦੋਨਾਂ ਦੇ ਵਿੱਚ ਅੰਤਰ ਬਹੁਤ ਆ। ਤੇ ਜਦੋਂ ਵੀ ਕਿਤੇ ਪ੍ਰਧਾਨ ਮੰਤਰੀ ਹੋਣੀ ਸੰਬੋਧਨ ਕਰਦੇ ਸੀਗੇ, ਉਹ ਤਾਂ ਇਹੀ ਗੱਲ ਕਰਦੇ ਸੀ ਵੀ ਜਿਹੜੀ ਆ ਡਬਲ ਇੰਜਨ ਵਾਲੀ ਸਰਕਾਰ ਸੀਗੀ, ਉਹਨਾਂ ਨੇ ਤਾਂ ਬਿਹਾਰ ਦਾ ਬੇੜਾ ਬਿਠਾਤਾ, ਉਹਨਾਂ ਨੇ ਤਾਂ ਬਿਹਾਰ ਦਾ ਬਹੁਤ ਚੰਗਾ ਕੀਤਾ। ਜਿਹੜੀ ਸਿੰਗਲ ਚੱਲਦੀ ਸੀ ਸਰਕਾਰ, ਉਹ ਬਿਹਾਰ ਨੂੰ ਲੁੱਟ ਕੇ ਖਾ ਗਏ। ਤੇ ਲਾਲੂ ਹੁਣੀ ਜਿਹੜੇ ਉਹਦੇ ਤੇ ਰਿਐਕਸ਼ਨ ਕਰਦੇ ਆ ਜੇਲ੍ਹ 'ਚ ਬੈਠੇ, ਉਹ ਕਹਿੰਦੇ ਡਬਲ ਇੰਜਨ ਨਹੀਂ ਤਾਂ ਟਰਬਲ ਇੰਜਨ ਆ ਜੀ। ਇਹ ਮੁਸ਼ਕਿਲਾਂ ਵਾਲਾ ਇੰਜਨ, ਟਰਬਲ ਪੈਦਾ ਕਰਨ ਵਾਲਾ ਇੰਜਨ ਆ ਜਿਹੜੇ 2 ਚੱਲ ਰਹੀ ਸਰਕਾਰ ਉੱਤੇ। ਕਹਿ ਰਹੇ ਉਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਵੀ ਕੌਣ ਨਿੱਤਰਦਾ ਹੈ ਇਸ ਮੈਦਾਨ ਦੇ ਵਿੱਚੋਂ, ਕਿਉਂਕਿ ਨਤੀਜੇ ਆਈ ਜਾਣੇ 9-10 ਤਰੀਕ ਨੂੰ, ਇੱਕ ਗੇੜ ਹੋਰ ਰਹਿੰਦਾ 7 ਤਰੀਕ ਨੂੰ। ਪਰ ਉਹਦੇ ਵਿੱਚ ਜਿਹੜਾ ਦਾਅ ਲੱਗਾ ਹੋਇਆ ਇਸ ਵੇਲੇ ਚਿਰਾਗ ਪਾਸਵਾਨ ਦਾ, ਉਹਦਾ ਵੀ ਭਵਿੱਖ ਦਾਅ 'ਤੇ ਆ, ਕਿਉਂਕਿ ਉਹ NDA ਨਾਲੋਂ ਵੱਖ ਹੋ ਕੇ ਲੜ ਰਿਹਾ, ਔਰ ਉਹ ਸਿੱਧੀ ਚੁਣੌਤੀ ਨਿਤਿਸ਼ ਕੁਮਾਰ ਨੂੰ ਦੇ ਰਿਹਾ ਬਈ ਮੈਂ ਨਿਤਿਸ਼ ਕੁਮਾਰ ਨੂੰ ਮੁੜ ਕੇ ਮੁੱਖ ਮੰਤਰੀ ਬਣ ਨਹੀਂ ਦੇਣਾ ਜੀ। ਤੇ ਉਹਦੇ ਲਈ ਚੁਣੌਤੀ ਇੱਕ ਹੋਰ ਪੈਦਾ ਕਰ ਰਿਹਾ ਤੇਜਸਵੀ ਯਾਦਵ, ਜਿਹਦੇ ਕਿ ਆਪਾਂ ਚੋਣਾਂ ਦੇ ਰੈਲੀਆਂ ਦੇ ਵਿੱਚ ਬਹੁਤ ਵੱਡੇ ਇਕੱਠ ਦੇਖਣ ਨੂੰ ਮਿਲੇ ਆ। ਪ੍ਰਧਾਨ ਮੰਤਰੀ ਹੋਰਾਂ ਨੇ ਵੀ ਬਹੁਤ ਤਾਬੜਤੋੜ ਰੈਲੀਆਂ ਕੀਤੀਆਂ। ਪਰਸੋਂ ਉਹਨਾਂ ਨੇ ਗੁਜਰਾਤ ਦਾ 2 ਦਿਨ ਦਾ ਦੌਰਾ ਸੀਗਾ, ਉੱਥੋਂ ਨਿਕਲ ਕੇ ਫਟਾਫਟ ਆਖਰੀ ਦਿਨ ਦੇ ਪ੍ਰਚਾਰ ਤੇ ਉੱਥੇ ਬਿਹਾਰ ਪਹੁੰਚ ਗਏ ਸੀਗੇ, ਲਗਾਤਾਰ 5-6 ਰੈਲੀਆਂ ਕੀਤੀਆਂ। ਤੇ ਗੱਲ ਉੱਥੇ ਆਉਂਦੀ ਆ ਵੀ ਮੁੱਦੇ ਦੀ ਗੱਲ ਤਾਂ ਕੋਈ ਕਰਦਾ ਨਹੀਂ ਜੀ, ਨਿੱਜੀ ਦੂਸ਼ਣਬਾਜ਼ੀ ਜ਼ਰੂਰ ਆ ਜੀ। ਕੋਈ ਕਹਿੰਦਾ ਜੀ ਰਾਜ ਆ, ਬਿਹਾਰ 'ਚ ਵੀ ਹਾਰ ਗਏ, UP 'ਚ ਵੀ ਹਾਰ ਗਏ, ਬਿਹਾਰ 'ਚ ਵੀ ਹਾਰ ਜਾਣਗੇ। ਕੋਈ ਕਹਿੰਦਾ ਜੀ ਤੁਸੀਂ ਮੁੱਦੇ ਦੀ ਗੱਲ ਕਰੋ, ਨੌਕਰੀਆਂ ਦੀ ਗੱਲ ਕਰੋ, ਲੋਕਾਂ ਦੇ ਹਿੱਤ ਦੀ ਗੱਲ ਕਰੋ, ਤੁਸੀਂ ਆਉਣ ਵਾਲੇ ਸਮੇਂ 'ਚ ਦੇਣਾ ਕੀ ਆ। ਤਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਆਏ ਵੀ ਨੌਕਰੀਆਂ ਦਾ ਉੱਥੇ ਬਹੁਤ ਹੀ ਰੌਲਾ ਪੈ ਰਿਹਾ। ਕਿਤੇ ਮੈਨੂੰ ਲੱਗਦਾ ਵੀ ਬਾਕੀ ਦੇਸ਼ ਵਾਲੇ ਜਿਹੜੇ ਸਟੇਟ ਵਾਲੇ ਲੋਕ ਆ ਉਹ ਭੱਜ ਕੇ ਬਿਹਾਰ ਨਾਲ ਚੱਲ ਜਾਣ ਪਏ, ਉੱਥੇ ਤਾਂ ਨੌਕਰੀਆਂ ਬੜੀਆਂ ਵੰਡਣ ਡੇ। ਕੋਈ 10 ਲੱਖ ਦੇਣ ਡਿਆ, ਕੋਈ 19 ਲੱਖ ਦੇਣ ਡਿਆ। ਹੁਣ ਦੇਣੀਆਂ ਕਿੱਦਾਂ ਆ, ਉਹ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਡਿਆ ਵੀ ਯਾਰ ਉਹ 10 ਲੱਖ ਕਹਿ ਗਿਆ, ਪੈਸੇ ਕਿੱਥੋਂ ਆਉਣੇ ਆ। ਤਾਂ ਪਤਾ ਉਦੋਂ ਜੇ ਲੱਗਾ ਜਦੋਂ ਉਹਦੀ ਆਪਦੀ ਪਾਰਟੀ 19 ਲੱਖ ਕਹਿ ਗਈ। ਹੁਣ 19 ਲੱਖ ਲਈ ਪੈਸੇ ਜਿਹੜੇ 9 ਲੱਖ ਵੱਧ ਗਏ ਆ, ਉਹ 10 ਲੱਖ ਨਾਲੋਂ ਤਾਂ ਵੱਧ ਗਈ ਨਾ ਫਿਰ ਉਹ। ਤੇ ਜੇ 10 ਲੱਖ ਨੂੰ ਤੁਸੀਂ ਕਹਿੰਦੇ ਪੈਸੇ ਕਿੱਥੋਂ ਆਉਣੇ ਆ, ਤਾਂ 19 ਲੱਖ ਦੇ ਪੈਸੇ ਕਿੱਥੋਂ ਆਉਣਗੇ, ਉਹਦਾ ਜਵਾਬ ਚੁੱਪ ਨਿਤਿਸ਼ ਕੁਮਾਰ ਹੋਣੀ ਬੋਲੇ ਨਹੀਂ ਕੁਛ ਵੀ ਜੀ। ਜਦੋਂ ਅਸੀਂ ਬਿਹਾਰ ਦੀ ਗੱਲ ਕਰਦੇ ਹਾਂ ਤੇ ਉਹਦੇ 'ਚ ਜਿਹੜਾ ਪਾਰਟੀ ਸਿਸਟਮ ਹੈ ਉਹ ਬੜਾ ਉਲਝਿਆ ਹੋਇਆ। ਚਿਰਾਗ ਪਾਸਵਾਨ ਇੱਕ ਸਾਈਡ ਤੇ ਆ, ਨਿਤਿਸ਼ ਦੀ ਪਾਰਟੀ ਇੱਕ ਪਾਸੇ ਆ, BJP ਇੱਕ ਪਾਸੇ, ਤੇ ਲਾਲੂ ਪ੍ਰਸਾਦ ਯਾਦਵ ਤੇ ਕਾਂਗਰਸ ਇੱਕ ਪਾਸੇ। ਜੀ ਬਿਲਕੁਲ। BJP ਦੋਨੋਂ ਧਿਰਾਂ ਨਾਲ ਜੁੜੀ ਹੋਈ ਹੈ, ਚਿਰਾਗ ਪਾਸਵਾਨ ਨਾਲ ਵੀ ਜੁੜੀ ਹੋਈ ਹੈ ਤੇ ਨਿਤਿਸ਼ ਨਾਲ ਵੀ ਜੁੜੀ ਹੋਈ ਹੈ। ਕਿਤੇ ਨਾ ਕਿਤੇ BJP ਦੀ ਸਟ੍ਰੈਟਜੀ ਇਹ ਵੀ ਆ ਕਿ ਇਹਨਾਂ ਦੋਨਾਂ ਨੂੰ ਵੀ ਕਮਜ਼ੋਰ ਰੱਖਿਆ ਜਾਵੇ ਤੇ ਦੋਨਾਂ ਨੂੰ ਬਰਾਬਰ ਵੀ ਰੱਖਿਆ ਜਾਵੇ। ਖੇਤਰੀ ਪਾਰਟੀਆਂ ਨਾ ਜੇ ਫਿਰ ਉਹ ਤੇ ਰਾਮ ਵਿਲਾਸ ਪਾਸਵਾਨ ਦਾ ਸੀਗਾ, ਆਪਾਂ ਪਹਿਲਾਂ ਕਿਹਾ ਸੀਗਾ ਵੀ ਉਹ ਮੌਸਮ ਅਨੁਸਾਰ ਹਮੇਸ਼ਾ ਹੀ ਆਪਣੀ ਰਣਨੀਤੀ 'ਚ ਬਦਲਾਅ ਕਰ ਲੈਂਦੇ ਸੀਗੇ ਵੀ ਕੋਈ ਸਰਕਾਰ ਇਹੋ ਜਿਹੀ ਨਹੀਂ ਸੀ ਜਿਹਦੇ ਵਿੱਚ ਉਹ ਸੈਂਟਰ 'ਚ ਮੰਤਰੀ ਨਾ ਬਣੇ ਹੋਣ। ਤੇ ਉਹਦੇ ਮੁਤਾਬਕ ਦੇਖਿਆ ਜਾਵੇ ਤਾਂ ਚਿਰਾਗ ਪਾਸਵਾਨ ਨੇ ਵੀ ਇੱਕ ਦਾਅ ਖੇਡਿਆ, ਮੌਕੇ ਤੇ ਤੀਰ ਮਾਰਿਆ ਜੀ ਬਈ ਸੈਂਟਰ 'ਚ ਤੁਹਾਡੇ ਨਾਲ ਹੈਗੇ ਆ, ਉੱਥੇ ਤੁਹਾਨੂੰ ਲਾਭ ਮਿਲਣਾ ਹੀਗਾ, ਸੰਸਦ ਮੈਂਬਰ ਹੈਗਾ ਹੀ ਆ, ਤੇ ਆਪਾਂ ਬਿਹਾਰ ਦੇ ਵਿੱਚ ਸਟੇਟ ਦੇ ਵਿੱਚ ਤੁਹਾਡੇ ਨਾਲ ਅਲੱਗ ਹੋ ਕੇ ਲੜਨਾ, ਤੇ ਮੈਂ ਨਿਤਿਸ਼ ਨੂੰ ਨਹੀਂ ਬਣ ਦੇਣਾ ਜੀ। BJP ਦਾ ਜ਼ੋਰ ਲੱਗਾ ਵੀ ਨਹੀਂ ਜੀ ਨਿਤਿਸ਼ ਹੀ ਹਮਾਰਾ ਨੇਤਾ ਹੋਣਗੇ, ਨਿਤਿਸ਼ ਹੀ ਮੁੱਖ ਮੰਤਰੀ ਹੋਣਗੇ। ਹੁਣ ਨਿਤਿਸ਼ ਦੀ ਸਾਖ ਜਿਹੜੀ ਆ ਉਹ ਲੋਕਡਾਊਨ ਵੇਲੇ ਦੀ ਹੀ ਕਮਜ਼ੋਰ ਜਾਂਦੀ ਹੋਈ ਨਜ਼ਰ ਆ ਰਹੀ ਆ, ਜਦੋਂ ਉਹਨਾਂ ਨੇ ਮਜ਼ਦੂਰਾਂ ਨੂੰ ਸਾਫ਼ ਕਹਿ ਦਿੱਤਾ ਸੀਗਾ ਵੀ ਜਹਾਂ ਪਰ ਹੋ ਵਹੀਂ ਰਹੋ, ਹਮ ਹਾਂ ਪਰ ਹੀ ਆਪਕੋ ਮਦਦ ਪਹੁੰਚਾਏਂਗੇ। ਪਰ ਮਦਦ ਕਿਸੇ ਨੂੰ ਨਹੀਂ ਪਹੁੰਚੀ ਵਿਚਾਰਿਆਂ ਨੂੰ, ਉਹ ਵਿਚਾਰੇ ਲੱਖਾਂ ਮੀਲ ਪੈਂਡੇ ਤੁਰ ਕੇ ਗਏ ਆ। ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਸਰਕਾਰ ਦੇ ਪ੍ਰਤੀ ਗੁੱਸਾ ਆ, ਜਿਹਦੇ ਕਰਕੇ ਆਪਾਂ ਰੈਲੀਆਂ ਦਾ ਇਕੱਠ ਜਿਹੜਾ ਆ ਉਹ ਲਾਲੂ ਪ੍ਰਸਾਦ ਦੇ ਮੁੰਡੇ ਦੀ ਜਿਹੜੀ ਚੋਣ ਰੈਲੀਆਂ 'ਚ ਦੇਖਣ ਨੂੰ ਮਿਲਿਆ, ਉਹ ਗੁੱਸਾ ਹੀ ਜ਼ਾਹਰ ਕੀਤਾ ਗਿਆ ਸੀ। ਪਰ ਜਿਹੜਾ ਪਹਿਲੇ ਗੇੜ ਦੀ ਮਤਦਾਨ ਸੀਗਾ ਉਹ ਵੀ ਨੇੜੇ ਤੇੜੇ ਪਹੁੰਚ ਗਿਆ ਪਿਛਲੇ ਚੋਣਾਂ ਨਾਲੋਂ। ਹੁਣ ਦਾ ਜਿਹੜਾ ਮਤਦਾਨ ਆ ਹਾਲ ਦੀ ਘੜੀ ਥੋੜ੍ਹਾ ਜਿਹਾ ਸਲੋ ਚੱਲ ਰਿਹਾ, ਸ਼ਾਮ ਤੱਕ ਵੱਧ ਜਾਊਗਾ ਤੇ ਇਹ ਸ਼ਾਮ ਨੂੰ ਸਥਿਤੀ ਕਲੀਅਰ ਹੋਣੀ ਆ ਕਿੰਨੇ % ਹੁੰਦਾ। ਉਸ ਤੋਂ ਬਾਅਦ ਤੀਜਾ ਗੇੜ 7 ਨੂੰ ਆ, ਫਿਰ ਜਿਹੜਾ ਰਿਜ਼ਲਟ 9-10 ਨੂੰ ਆਉਣਾ। ਪਰ ਜਿਹੜਾ ਤੇਜਸਵੀ ਕਹਿ ਰਿਹਾ ਨਾ ਜਿਹੜਾ ਬਾਰ-ਬਾਰ ਹਰੇਕ ਰੈਲੀ 'ਚ ਵੀ ਦੇਖੋ ਜੀ 9 ਤਰੀਕ ਨੂੰ ਲਾਲੂ ਹੁਣੀ ਜੇਲ੍ਹ ਤੋਂ ਬਾਹਰ ਤੇ 10 ਤਰੀਕ ਨੂੰ ਨਿਤਿਸ਼ ਹੁਣੀ ਬਿਹਾਰ ਤੋਂ ਬਾਹਰ ਜੀ। ਹੁਣ ਕਿਸ ਹੱਦ ਤੱਕ ਸੱਚ ਸਾਬਤ ਹੁੰਦਾ ਇਹ ਤਾਂ 10 ਤਰੀਕ ਵਾਲੇ ਦਿਨ ਹੀ ਪਤਾ ਲੱਗੂਗਾ ਜੀ।
ਲਗਾਤਾਰ 3 ਵਾਰ ਸਰਕਾਰ ਚਲਾ ਚੁੱਕੇ ਮੇਰੇ ਖਿਆਲ ਬਿਲਕੁਲ ਜੀ, ਲਗਾਤਾਰ 15 ਸਾਲ ਕਿਤੇ ਹੋ ਨਾ ਗਏ ਕਿਤੇ ਐਂਟੀ ਇਨਕੰਬੈਂਸੀ ਵੀ ਸਾਹਮਣੇ ਆਊਗੀ। ਹੋ ਸਕਦਾ ਜੀ, ਪਰ ਉਸ ਤਰੀਕੇ ਨਾਲ ਲੱਗਦਾ ਵੀ ਗੁੱਸਾ ਲੋਕਾਂ ਦੇ ਮਨਾਂ ਦੇ ਵਿੱਚ ਹੈ। ਕਿਉਂਕਿ ਜਦੋਂ ਦੂਜੀ ਵਾਰ ਤੋਂ ਬਾਅਦ ਉਹ ਦੂਸਰੀ ਵਾਰ ਜਦੋਂ ਇਲੈਕਸ਼ਨ ਲੜ ਰਿਹਾ ਸੀ ਤਾਂ ਉਹਨੇ ਵਿਕਾਸ ਦੀ ਬਹੁਤ ਚਰਚਾ ਕੀਤੀ ਸੀ। ਇਸ ਵਾਰ ਵੀ ਹਾਲਾਂਕਿ ਗੱਲ ਤੇ ਵਿਕਾਸ ਦੀ ਕਰਦੇ ਆ, ਪਰ ਜਦੋਂ ਬਿਹਾਰ ਨੂੰ ਤੁਸੀਂ ਦੇਖਦੇ ਆ ਧਰਾਤਲ ਤੋਂ, ਤੇ ਵਿਕਾਸ ਉੱਥੇ ਨਾ ਤੇ ਲਾਲੂ ਦੇ ਟਾਈਮ ਤੇ ਸੀ ਤੇ ਨਾ ਹੁਣ ਨਜ਼ਰ ਆਉਂਦਾ। ਮੈਂ ਇੱਕ ਗੱਲ ਦੱਸ ਦਿਆਂ ਜੀ, ਮੈਂ ਕਿਤੇ ਸੁਣ ਰਿਹਾ ਸੀ ਮੀਡੀਆ ਦੇ ਵਿੱਚ, ਇੱਕ ਬੰਦਾ ਸੀ ਉਹ ਕਹਿੰਦਾ ਜੀ ਮੇਰੀ ਉਮਰ 62 ਸਾਲ ਹੋ ਗਈ ਜੀ, ਤੇ 62 ਸਾਲ ਦੇ ਲਾਗੇ ਛਾਗੇ ਆਜ਼ਾਦੀ ਦੇ ਲਾਗੇ ਛਾਗੇ ਦਾ ਹੋਊਗਾ ਜੀ ਉਹਦਾ ਜਨਮ। ਉਹ ਕਹਿੰਦਾ ਜੀ ਮੈਂ ਆਹ ਸੜਕ ਪਹਿਲੀ ਵਾਰੀ ਬਣਦੀ ਦੇਖੀ ਆ ਜੀ। ਉਹ ਕਹਿੰਦਾ ਇਦਾਂ ਦੀ ਚੋਣਾਂ ਤਾਂ ਹਮੇਸ਼ਾ ਹੀ ਆਉਣ, ਪਰ ਇਹ 15 ਸਾਲਾਂ ਤੋਂ ਨਹੀਂ ਬਣੀ, ਹੁਣ ਜ਼ਰੂਰ ਬਣ ਗਈ ਆ। ਵੀ ਇਹ ਕੰਮ ਆ ਵੀ ਚੋਣਾਂ ਦੇ ਵੇਲੇ ਆ ਕੇ ਹੀ ਵਿਕਾਸ ਇਹਨਾਂ ਨੂੰ ਚੇਤੇ ਆਉਂਦਾ, ਮੁੜ ਕੇ 4 ਸਾਲ ਵਿਕਾਸ ਕਿੱਥੇ ਗਿਆ ਉਹ ਪਤਾ ਨਹੀਂ ਲੱਗਦਾ ਜੀ, ਖੋਲਦੇ ਹੀ ਨਹੀਂ ਵਿਕਾਸ ਨੂੰ ਜੀ। ਕਰਨਾ ਦੇ ਇੱਕ ਪਾਸੇ ਰਿਹਾ, ਵਿਕਾਸ ਨੂੰ ਖੋਲ ਕੇ ਨਹੀਂ ਦੇਖਦੇ ਵੀ ਕੋਈ ਵਿਕਾਸ ਕਰਨ ਵਾਲਾ ਵੀ ਹੈਗਾ ਕਿ ਨਹੀਂ ਹੈਗਾ। ਸ਼ੇਰਗਿੱਲ ਸਾਹਿਬ, ਚੱਲਦੇ ਕਰੋਨਾ ਦੀ ਗੱਲ ਵੀ ਦੱਸ ਦਿਓ ਜੀ। ਕਰੋਨਾ ਦਾ ਹਾਲ ਇਸ ਵੇਲੇ ਜੀ ਕਾਫੀ ਰਾਹਤ ਵਾਲਾ ਆ, ਪਰ ਇਹਦੇ ਵਿੱਚ ਵੀ ਆਪਾਂ ਇੰਨੀ ਲਾਪਰਵਾਹੀ ਨਹੀਂ ਵਰਤ ਸਕਦੇ ਆ, ਪਰ ਫਿਰ ਵੀ ਚਲੋ ਰਾਹਤ ਭਰੀ ਜਿਹੜੀ ਖਬਰ ਆ ਉਹ ਸਾਂਝੀ ਕਰ ਲੈਣੀ ਚਾਹੀਦੀ ਆ ਵੀ ਆਪਣੇ ਹੁਣ ਇੰਡੀਆ ਦੇ ਵਿੱਚ ਜਿਹੜੇ ਕੁੱਲ ਕੇਸ ਆ ਅੱਜ ਤੱਕ ਦੇ ਬਹੁਤ ਘੱਟ ਆਏ, 38000 ਕੇਸ ਜਿਹੜੇ ਆਏ ਆ ਇੱਕ ਦਿਨ 'ਚ 24 ਘੰਟਿਆਂ 'ਚ, ਜਿਹੜੇ ਬਹੁਤ ਹੀ ਰਾਹਤ ਵਾਲੀ ਗੱਲ ਆ। 490 ਮੌਤਾਂ ਹੋਈਆਂ 24 ਘੰਟੇ ਦੇ ਵਿੱਚ। ਤੇ ਇਹਦੇ ਨਾਲ ਦੂਸਰੇ ਤਰਫ ਦੇਖਿਆ ਜਾਵੇ ਤਾਂ ਜਿਹੜੇ ਐਕਟਿਵ ਕੇਸਾਂ ਦੀ ਗਿਣਤੀ ਨਾ ਉਹ ਸਿਰਫ 5,41,000 ਰਹਿ ਗਈ ਆ ਜੀ। 82 ਲੱਖ ਨੂੰ ਪਾਰ ਕਰ ਗਏ ਟੋਟਲ ਮਾਮਲੇ, ਜਿਹਦੇ ਚੋਂ ਜੇ 76 ਲੱਖ ਕਰੀਬ ਜਿਹੜੇ ਆ ਠੀਕ ਹੋ ਚੁੱਕੇ ਮਰੀਜ਼, 5,41,000 ਜਿਹੜੇ ਐਕਟਿਵ ਕੇਸਾਂ ਦੀ ਆ। ਇਹ ਹੋਰ ਵੀ ਲਗਾਤਾਰ ਘਟ ਰਹੀ ਆ, ਪਰ ਦੂਜੇ ਪਾਸੇ ਜੇ ਆਪਾਂ ਯੂਰਪ ਵਾਲੇ ਪਾਸੇ ਦੇਖੀਏ, ਅਮਰੀਕਾ ਕੈਨੇਡਾ ਦੇਖੀਏ, ਤੇ ਉੱਥੇ ਕੇਸ ਵੱਧ ਰਹੇ ਆ। ਯੂਰਪ ਦੇ ਵਿੱਚ ਵੀ ਫਰਾਂਸ ਨੇ ਲਾਕਡਾਊਨ ਲਾਤਾ ਆ, ਇੰਗਲੈਂਡ ਵਿੱਚ ਵੀ 1 ਮਹੀਨੇ ਦਾ ਲਾਕਡਾਊਨ ਦਾ ਐਲਾਨ ਕਰਨ ਵਾਲਾ ਫੈਸਲਾ ਲੈ ਲਿਆ ਉਹਨਾਂ ਨੇ। ਇਹਦੇ ਨਾਲ ਬੈਲਜੀਅਮ ਵੀ ਲਾ ਰਿਹਾ ਆ। ਫਿਰ ਆਸਟਰੀਆ ਦੇ ਵਿੱਚ ਵੀ, ਜਿੱਥੇ ਮੈਂ ਪਹਿਲਾਂ ਗੱਲ ਕਰਕੇ ਹਟੇ ਅੱਤਵਾਦੀ ਹਮਲਾ ਹੋਇਆ, ਉਸ ਤੋਂ ਉਹਨਾਂ ਨੇ ਅੱਜ ਲਾਕਡਾਊਨ ਸ਼ੁਰੂ ਕਰਨਾ ਸੀਗਾ ਅਗਲੇ ਗੇੜ ਦਾ, ਕਿਉਂਕਿ ਕੇਸ ਵਧਣ ਲੱਗ ਪਏ ਆ। ਸੋ ਇਸ ਤਰੀਕੇ ਨਾਲ ਇਦਾਂ ਨਾ ਹੋਵੇ ਜਿਸ ਤਰੀਕੇ ਨਾਲ ਉਧਰ ਦੂਜੀ ਲਹਿਰ ਚੱਲ ਪਈ ਆ, ਫਿਰ ਭਾਰਤ ਵਿੱਚ ਵੀ ਦੂਜੀ ਲਹਿਰ ਨੂੰ ਆਪਾਂ ਮੌਕਾ ਨਹੀਂ ਦੇਣਾ ਕਰੋਨਾ ਨੂੰ। ਜਿੰਨੀ ਹੀ ਸਾਵਧਾਨੀ ਵਰਤਣੀ ਚਾਹੀਦੀ ਆ। ਜਰਾ ਜਿੰਨੀ ਵੀ ਲਾਪਰਵਾਹੀ ਹੋਈ ਤਾਂ ਆਪਾਂ ਇਹ ਕਰੋਨਾ ਨੂੰ ਸੱਦਾ ਦੇਣ ਦੇ ਬਰਾਬਰ ਹੋਊਗੀ ਜੀ। ਦਿੱਲੀ 'ਚ ਵੀ ਕੇਸ ਵਧ ਰਹੇ ਆ ਜੀ। ਬਿਲਕੁਲ ਜੀ, ਉੱਥੇ ਵੀ ਲਗਾਤਾਰ 3-4 ਦਿਨ ਹੋ ਗਏ ਆ, 5000 ਤੋਂ ਉੱਪਰ ਕੇਸ ਆ ਰਹੇ ਆ। ਔਰ ਇੱਥੋਂ ਤੱਕ ਉਹਨਾਂ ਨੇ ਇਹ ਵੀ ਕਹਿਤਾ ਸੀ ਵੀ ਦਿੱਲੀ 'ਚ ਜਿਹੜੀ ਦੂਜੀ ਲਹਿਰ ਆ ਗਈ ਆ, ਪਰ ਉਹਨਾਂ ਦਾ ਫਿਰ ਵੀ ਇਹ ਕਹਿਣਾ ਆ ਵੀ ਅਸੀਂ ਇਹਨੂੰ ਕਾਬੂ ਕਰ ਰਹੇ ਆ, ਵੀ ਦੂਜੀ ਲਹਿਰ ਅਜੇ ਹੈ ਨਹੀਂ ਆ। ਅਧਿਕਾਰਤ ਤੌਰ 'ਤੇ ਨਹੀਂ ਅਜੇ ਪੁਸ਼ਟੀ ਕਰਦੇ ਦੂਜੀ ਲਹਿਰ ਦੀ, ਪਰ ਜਿਸ ਤਰੀਕੇ ਨਾਲ ਕੇਸ ਵੱਧ ਰਹੇ ਆ, ਲਗਾਤਾਰ ਆ ਰਹੇ ਆ, ਉਹ ਤੋਂ ਇਹ ਲੱਗਦਾ ਆ ਵੀ ਕਰੋਨਾ ਦਾ ਜਿਹੜਾ ਦੁਬਾਰਾ ਮਾਰ ਜਿਹੜੀ ਪੈਣੀ ਸ਼ੁਰੂ ਹੋ ਗਈ ਹੈ ਦਿੱਲੀ ਦੇ ਵਿੱਚ। ਸੋ ਜਿੰਨੀ ਸਾਵਧਾਨੀ ਵਰਤ ਹੁੰਦੀ, ਮਾਸਕ ਪਾ ਕੇ ਰੱਖੋ, ਸੈਨੀਟਾਈਜ਼ਰ ਵਰਤੋ, ਹੱਥ ਧੋਵੋ ਬਾਰ-ਬਾਰ, ਸਮਾਜਿਕ ਦੂਰੀ ਬਰਕਰਾਰ ਰੱਖੋ, ਤਾਂ ਹੀ ਆਪਣਾ ਬਚਾਅ ਹੈ ਜੀ। 2 ਦਿਨ ਵੋਟਾਂ ਪੈ ਲੈਣ ਫਿਰ ਆਪਾਂ ਸਮਾਜਿਕ ਦੂਰੀ ਤੇ ਆ ਜਾਾਂਗੇ। ਇੱਕ ਹੋਰ ਖਬਰ ਸੀਗੀ ਕਿ ਹਿੰਦੁਸਤਾਨ ਦੂਜਾ ਸਭ ਤੋਂ ਵੱਡਾ ਮੁਲਕ ਹੈ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਟੀਕਿਆਂ ਦੀ ਜਿਹੜੀ ਆਰਡਰ ਉਹ ਕੀਤੇ ਆ, 600 ਕਰੋੜ 600 ਮਿਲੀਅਨ ਆਰਡਰ ਕੀਤੇ ਆ ਜੀ। ਤੇ ਉਹਨਾਂ ਨੇ ਕਮੇਟੀਆਂ ਵੀ ਬਣਾਤੀਆਂ, ਸਟੇਟਾਂ ਨੂੰ ਵੀ ਕਹਿਤਾ ਵੀ ਆਪਾਂ ਇਹ ਟੀਕਾ ਜਿਹੜੀ ਇਹਨਾਂ ਦੀ ਵਰਤੋਂ ਵਿਤਰਨ ਕਰਨਾ, ਜਿਹੜਾ ਵੰਡ ਕਰਨੀ ਆ, ਉਹਦੇ ਲਈ ਆਪਾਂ ਆਪਣੇ ਸਟੇਟ ਲੈਵਲ 'ਤੇ ਕਮੇਟੀਆਂ ਬਣਾਓ, ਤਾਂ ਕਿ ਸਰਲ ਤਰੀਕੇ ਨਾਲ ਹਰੇਕ ਨਾਗਰਿਕ ਤੱਕ ਇਹ ਟੀਕਾ ਪਹੁੰਚ ਸਕੇ ਜੀ। ਸ਼ੇਰਗਿੱਲ ਸਾਹਿਬ, ਸਮਾਂ ਹੁਣ ਸਮਾਪਤ ਹੋ ਗਿਆ। ਤੁਸੀਂ ਸਾਨੂੰ ਇੱਕ ਵਾਰ ਜ਼ਰੂਰ ਦੱਸਿਓ ਜੀ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ। ਅਗਲੀ ਵਾਰ ਲਈ ਕੁਝ ਹੋਰ ਵਿਚਾਰ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।